करन्ते गुर सेवै प्रभ को सिमरन्ते। वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहे गुरु जी। ये इतिहास निमाणियां दे मान, निताणियां दे ताण, न्योटियां दी ओट, निआसरियां दे आसरे, तीजे पातशाह गुरु अमरदास महाराज जी दा है। बौली दी सेवा चलदी है। गोइंदवाल साहब गुरु अमरदास महाराज जी ने पहला सिख धर्म का तीर्थ स्थान प्रगट किया है। इत्थे एक काबल तो बीबी आउंदी है, सेवा करदी है, वापस चली जाती है। सेवा करदी करदी सेवा दी टोकरी रख के हवा दे विच हथ हिलाउंदे आ, इवें लगदा है कि जिवें कोई झूला चलाउंदी होवे, किसी नाल कोई गल बात नहीं करदी। इसे करके किसी की हिम्मत नहीं पई कि उहदे नाल गल कर सके। देखो, सानू जिंदगी जिउणी सीखनी चाहिए है। असीं पहलां अगले नाल हेड़ हेड़ करी जाने आ, बिना जाने पछाणे
ਤੁਸੀਂ ਵੇਖਿਆ ਹੀ ਹੋਣਾ ਹੈ, ਬੱਸਾਂ 'ਚ, ਬੱਸ ਅੱਡਿਆਂ ਤੇ, ਟ੍ਰੇਨਾਂ ਵਿੱਚ, ਸਟੇਸ਼ਨਾਂ ਦੇ ਵਿੱਚ ਐਵੇਂ ਹੀ ਕਈ ਭੂਆ ਬਣ ਜਾਂਦੀਆਂ ਨੇ, ਐਵੇਂ ਕਈ ਭਤੀਜੇ ਬਣ ਜਾਂਦੇ ਨੇ। ਮੁੜ ਕੇ ਇਹ ਨਹੀਂ ਪਤਾ ਲੱਗਦਾ ਵੀ ਭੂਆ ਸਮਾਨ ਚੁੱਕ ਕੇ ਲੈ ਗਈ ਕਿ ਭਤੀਜਾ ਭੱਜ ਗਿਆ ਸਮਾਨ ਲੈ ਕੇ। ਤੇ ਜੇ ਆਪਾਂ ਥੋੜੀ ਜਿਹੀ ਰਿਜ਼ਰਵੇਸ਼ਨ ਰੱਖੀਏ, ਕਿਸੇ ਦੀ ਹਿੰਮਤ ਨਹੀਂ ਪੈ ਸਕਦੀ। ਕਿਉਂਕਿ ਬਿਨਾਂ ਤੁਹਾਨੂੰ ਸਮਝਣ ਤੋਂ, ਜਾਣਨ ਤੋਂ ਕੋਈ ਵੀ ਤੁਹਾਡੇ ਨਾਲ ਨਾ ਚੰਗਾ ਵਿਹਾਰ ਕਰ ਸਕਦਾ ਹੈ, ਨਾ ਕੋਈ ਮਾੜਾ ਵਿਹਾਰ ਕਰ ਸਕਦਾ ਹੈ। ਜਿਹੜੇ ਮਾੜੀ ਬਿਰਤੀ ਦੇ ਲੋਕ ਨੇ ਉਹ ਆਪਣਾ ਵੀ ਭਾਰ ਤੋਲਦੇ ਨੇ, ਤੁਹਾਡਾ ਵੀ ਤੋਲਦੇ ਨੇ। ਇਹ ਤਾਂ ਮੂਰਖ ਆਦਮੀ ਹੁੰਦੇ ਨੇ, ਐਵੇਂ ਝਗੜ ਪੈਣਗੇ, ਲੜਾਈ ਆਪ ਸ਼ੁਰੂ ਕਰਨਗੇ, ਦੰਦ ਆਪਣੇ ਕਢਾ ਲੈਣਗੇ। ਇਹ ਮੂਰਖਾਂ ਦਾ ਕੰਮ ਹੁੰਦਾ ਹੈ, ਸਿਆਣੇ ਦਾ ਨਹੀਂ। ਸਿਆਣੇ ਕੁੱਟ ਖਾਣ ਲਈ ਕਦੇ ਨਹੀਂ ਲੜਦੇ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਜੇ ਸਿਰਫ ਕੁੱਟ ਖਾਣ ਵਾਸਤੇ ਹੀ ਲੜਨਾ ਹੈ ਤੇ ਲੜਨ ਦੀ ਕੀ ਲੋੜ ਹੈ। ਉਦੋਂ ਲੜੋ ਜਦੋਂ ਕੁੱਟਣ ਦੀ ਸਮਰੱਥਾ ਵਿੱਚ ਹੋ, ਫਿਰ ਤੇ ਗੱਲ ਸਮਝ ਆਉਂਦੀ ਹੈ। ਜਿਹੜਾ ਸਾਡਾ ਪੰਜਾਬੀ ਕਲਚਰ ਹੈ ਨਾ, ਉਹਦੇ ਵਿੱਚ ਇੱਕ ਮੱਧ ਹੁੰਦੀ ਸੀ। ਜਿਹੜਾ ਕੁੱਟ ਖਾ ਕੇ ਘਰ ਆਉਂਦਾ ਸੀ ਨਾ, ਘਰ ਦੇ ਉਹਦੀ ਮਦਦ ਮਗਰੋਂ ਕਰਦੇ ਸੀ, ਪਹਿਲਾਂ ਆਪ ਲੰਮਾ ਪਾ ਕੇ ਕੁੱਟਦੇ ਸੀ ਵੀ ਤੂੰ ਉੱਥੇ ਲੈਣ ਕੀ ਗਿਆ ਸੀਗਾ। ਕੁੱਟ ਖਾਣ ਗਿਆ ਸੀ ਉੱਥੇ, ਪਹਿਲਾਂ ਉਹਨੂੰ ਖੁਦ ਕੁੱਟਣਾ, ਫਿਰ ਉਹਦੀ ਮਦਦ ਕਰਨੀ ਵੀ ਚਲੋ ਪਤਾ ਕਰੀਏ ਇਹਨੂੰ ਕੁੱਟਿਆ ਕਿੰਨੇ ਹੈ। ਸਾਡੇ ਵਿੱਚ ਬਹੁਤੇ ਲੋਕ ਨੇ ਜਿਹੜੇ ਆਪਣਾ ਨੁਕਸਾਨ ਆਪ ਕਰਦੇ ਨੇ। ਮੈਂ ਹਮੇਸ਼ਾ ਬੇਨਤੀ ਕਰਦਾ, ਘਰ ਨੂੰ ਅੱਗ ਘਰ ਦੇ ਦੀਵੇ ਤੋਂ ਲੱਗਦੀ ਹੈ। ਗੁਆਂਢੀਆਂ ਦਾ ਦੀਵਾ ਤੁਹਾਡਾ ਘਰ ਕਿਵੇਂ ਸਾੜ ਸਕਦਾ ਹੈ? ਗੁਆਂਢੀਆਂ ਦੀਆਂ ਤਾਰਾਂ ਤੁਹਾਡੇ ਘਰ ਸ਼ਾਰਟ ਸਰਕਟ ਨਹੀਂ ਪੈਦਾ ਕਰ ਸਕਦੀਆਂ। ਤੁਹਾਡੀਆਂ ਤਾਰਾਂ ਤੁਹਾਡਾ ਘਰ ਸਾੜ ਸਕਦੀਆਂ ਨੇ। ਹੁਣ ਇਹ ਬੱਚੀ ਕਿਸੇ ਨਾਲ ਬੋਲਦੀ ਨਹੀਂ, ਕਿਸੇ ਦੀ ਹਿੰਮਤ ਨਹੀਂ ਪਈ ਵੀ ਪੁੱਛ ਲਵੇ ਵੀ ਭੈਣੇ ਤੂੰ ਕੌਣ ਹੈ। ਸਿੱਖਾਂ ਨੇ ਜਾ ਕੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ। ਗੁਰੂ ਅਮਰਦਾਸ ਜੀ ਨੇ ਸਮਝਾਇਆ ਕਿ ਕਾਬਲ ਦੇ ਇੱਕ ਸਿੱਖ ਦੀ ਇਹ ਘਰ ਵਾਲੀ ਹੈ। ਇਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹੈ, ਬਹੁਤ ਸਨਮਾਨ ਕਰਦੀ ਹੈ। ਉਹਦੇ ਪਤੀ ਬ੍ਰਤ ਧਰਮ ਵਿੱਚ ਰਹਿੰਦੀ ਹੈ ਤੇ ਉਹਨੇ ਵੀ ਇਹਦੇ ਤੇ ਪਰਉਪਕਾਰ ਕੀਤਾ ਹੈ ਕਿ ਉਹਨੇ ਇਹਨੂੰ ਸਮਝਾਇਆ ਵੀ ਵੇਖ, ਮੈਂ ਤੈਨੂੰ ਦੁਨੀਆ ਦੇ ਸੁੱਖ ਦੇ ਸਕਦਾ, ਪਰ ਜੇ ਤੂੰ ਮੇਰੇ ਗੁਰੂ ਦੀ ਸਿੱਖ ਬਣ ਜਾਏ ਤਾਂ ਉਹ ਤੈਨੂੰ ਲੋਕ ਪਰਲੋਕ ਦੇ ਸੁੱਖ ਦੇ ਸਕਦਾ। ਹੁਣ ਇੰਨੀ ਗੱਲ ਮੇਰੀ ਕੌਮ ਨੂੰ ਨਹੀਂ ਸਮਝ ਆ ਰਹੀ। ਮੈਂ ਅੱਜ ਫਿਰ ਬੇਨਤੀ ਕਰਾਂ, ਅੱਜ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਕਿ ਕੈਨੇਡਾ ਵਿੱਚ ਇੱਕ ਲੜਾਈ ਹੋਈ ਹੈ। ਉਸ ਲੜਾਈ ਵਿੱਚ 100 ਤੋਂ ਵੱਧ ਬੱਚੇ ਨੇ ਜਿਹੜੇ 5 ਤਰੀਕ ਨੂੰ ਜਹਾਜ਼ ਤੇ ਚੜਾਉਣੇ ਨੇ। ਉਹਨਾਂ ਨੇ ਮਖਟੂ ਉੱਥੇ ਲੜੇ, ਅਗਲੇ ਨੇ ਡਿਪੋਰਟ ਕਰਤੇ ਚੁੱਕੇ। ਬੱਚਿਆਂ ਨੂੰ ਪੈਸੇ ਨਾ ਦਿਓ, ਅਕਲ ਦਿਓ, ਸੰਸਕਾਰ ਦਿਓ ਬੱਚਿਆਂ ਨੂੰ। ਕੁੱਲ ਦੁਨੀਆ ਦੀ ਲੁੱਟ ਖੋਹ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਪੈਸੇ ਦੇ ਰਹੇ ਹੋ। ਬੱਚਿਆਂ ਨੂੰ ਸੰਸਕਾਰ ਦਿਓ। ਬੱਚਿਆਂ ਨੂੰ ਪੈਸੇ ਦੀ ਉਨੀ ਲੋੜ ਨਹੀਂ ਹੈ ਜਿੰਨੀ ਅਕਲ ਦੀ ਹੈ। ਤੁਸੀਂ ਬੱਚੇ ਨੂੰ ਗੁਰਦੁਆਰੇ ਵੀ ਲਿਆਉਂਦੇ ਹੋ, ਆਹ ਤੈਨੂੰ ਕਾਕਾ ਫਿਸ਼ ਵਿਖਾ ਕੇ ਲਿਆਈਏ, ਵੀ ਫਿਸ਼ ਤਾਂ ਉਹਨੇ ਕਦੇ ਵੇਖਣੀ ਨਹੀਂ ਗੀ, ਗੁਰਦੁਆਰੇ 'ਚ ਹੁੰਦੀ, ਬਾਹਰ ਤਾਂ ਹੁੰਦੀ ਨਹੀਂ ਕਿਤੇ। ਕਿਹੜਾ ਤਰੀਕਾ ਗੁਰਦੁਆਰੇ ਬੱਚੇ ਲੈ ਕੇ ਆਉਣ ਦਾ? ਇਹ ਤਰੀਕਾ। ਕਈ ਬੱਚੇ ਨੂੰ ਇੱਥੇ ਟੌਫੀਆਂ ਮੰਗਾਉਂਦੇ ਫਿਰਦੇ ਨੇ, ਕਈ ਇੱਥੇ ਬੱਚਿਆਂ ਨੂੰ ਆ ਕੇ ਵੀ ਟੌਫੀਆਂ ਵੰਡੀ ਜਾਂਦੇ ਨੇ। ਰੱਬ ਦਾ ਵਾਸਤਾ, ਰੱਬ ਦੇ ਘਰ ਆ ਕੇ ਲੋਕਾਂ ਨੂੰ ਮਿੱਠੀਆਂ ਗੋਲੀਆਂ ਵੰਡ ਰਹੇ ਹੋ ਤੁਸੀਂ ਬਈ। ਫਿਰ ਕੀ ਗਰੰਟੀ ਹੈ ਵੀ ਉਹ ਜਿਹੜੀ ਕੈਂਡੀ ਵੰਡ ਰਹੇ ਨੇ, ਤੁਹਾਨੂੰ ਟੌਫੀ ਵੰਡ ਰਹੇ ਨੇ, ਉਹ ਕਿਹੜੀ ਦੇਸੀ ਫੈਕਟਰੀ ਦੀ ਬਣੀ ਤੇ ਕਿਹੜਾ ਉਹਦੇ 'ਚ ਮਟੀਰੀਅਲ ਹੈ? ਪੁੱਛਿਆ ਕਦੇ? ਕਿਉਂ ਆਪਣੇ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਦੇ ਹੋ ਤੁਸੀਂ?
ਤੁਸੀਂ ਮਨਾ ਕਰ ਦਿਓ, ਆਪੇ ਵੰਡਣ ਵਾਲੇ ਵੀ ਰੁਕ ਜਾਣਗੇ ਵਿਚਾਰੇ, ਉਹ ਵੀ ਟਿਕ ਜਾਣਗੇ। ਅਸੀਂ ਗੁਰਦੁਆਰੇ ਵੀ ਮੱਤ ਲੈਣ ਨਹੀਂ ਆਉਂਦੇ, ਨਾ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ। ਗੁਰੂ ਅਮਰਦਾਸ ਪਿਤਾ ਨੇ ਸਮਝਾਇਆ ਵੀ ਸਿੱਖ ਨੇ ਆਪਣੀ ਘਰਵਾਲੀ ਨੂੰ ਕਿਹਾ ਵੀ ਤੂੰ ਮੇਰੀ ਲੱਖ ਸੇਵਾ ਕਰ, ਮੈਂ ਤੈਨੂੰ ਕੀ ਦੇ ਸਕਦਾ, ਦੁਨੀਆ ਦੀਆਂ ਚੀਜ਼ਾਂ ਦੇ ਦਿਆਂਗਾ, ਪਰ ਤੂੰ ਮੇਰੇ ਗੁਰੂ ਦੀ ਸਿੱਖ ਬਣੇਗੀ ਤਾਂ ਤੈਨੂੰ ਹੋਰ ਬਹੁਤ ਕੁਝ ਮਿਲ ਸਕਦਾ, ਲੋਕ ਪਰਲੋਕ ਦੇ ਸੁੱਖ ਮਿਲ ਸਕਦੇ ਨੇ। ਇਹ ਗੱਲ ਆਪਣੇ ਬੱਚਿਆਂ ਨੂੰ ਸਮਝਾਓ ਕਿ ਪੁੱਤਰ ਸਾਡੇ ਮਗਰ ਤੁਰੋਗੇ ਵੱਧ ਤੋਂ ਵੱਧ ਤੁਹਾਨੂੰ ਧਨ ਜਾਇਦਾਦ ਮਿਲੇਗੀ, ਤੇ ਗੁਰੂ ਮਗਰ ਮਿਲੋਗੇ ਕੁੱਲ ਦੁਨੀਆ ਦੇ ਉੱਚੇ ਮਾਣ ਮਰਤਬੇ ਮਿਲਣਗੇ। ਆਪਣੇ ਬੱਚਿਆਂ ਨੂੰ ਵੀ ਕਹੋ ਪੁੱਤਰ ਗੁਰੂ ਵੱਲ ਮੂੰਹ ਕਰੋ, ਸਾਡੀ ਗੱਲ ਕਿਸੇ ਵੇਲੇ ਮੋੜ ਦਿਆ ਜੇ, ਪਰ ਆਪਣੇ ਗੁਰੂ ਦੀ ਗੱਲ ਕਦੇ ਨਾ ਮੋੜਿਓ ਜੇ। ਇਹ ਬੱਚੀ ਇੰਨੀਆਂ ਸਿੱਧਾਂ ਇਹਦੇ ਕੋਲ ਪ੍ਰਾਪਤ ਹੋ ਗਈਆਂ, ਸਵੇਰੇ ਕਾਬਲ ਤੋਂ ਆਉਂਦੀ ਹੈ, ਸ਼ਾਮੀ ਚਲੀ ਜਾਂਦੀ ਹੈ, ਪਾਲਣੇ ਵਿੱਚ ਪਾ ਕੇ ਬੱਚਾ ਆਉਂਦੀ ਹੈ, ਹਵਾ ਵਿੱਚ ਹੱਥ ਹਿਲਾ ਕੇ ਬੱਚੇ ਨੂੰ ਝੂਲਾ ਦੇ ਲੈਂਦੀ ਹੈ। ਤੇ ਗੁਰੂ ਜੀ ਨੇ ਉੱਥੇ ਸਮਝਾਇਆ ਕਿ ਐਸਾ ਇੱਕ ਵਾਰੀ ਪਹਿਲਾਂ ਵੀ ਹੋਇਆ ਕਿ ਇੱਕ ਪਤੀ ਬ੍ਰਤ ਧਰਮ ਦੇ ਵਿੱਚ ਰਹਿਣ ਵਾਲੀ ਬੀਬੀ ਨੇ 10 ਦਿਨ ਸੂਰਜ ਨਹੀਂ ਸੀ ਚੜ੍ਹਨ ਦਿੱਤਾ। ਇਹ ਕਥਾ ਆਪਾਂ ਨੇ ਕੱਲ ਸੁਣੀ ਹੈ। ਹਾਂਜੀ। ਸਤਿਗੁਰ ਧਿਆਨ ਧਰੈ ਦਿਨ ਰੈਨ, ਭਈ ਅਦਕ ਸ਼ਕਤੀ ਗਨ ਐਨ। ਗੁਰੂ ਦੇ ਵਿੱਚ ਧਿਆਨ ਧਰਨਾ, ਗੁਰ ਕੀ ਮੂਰਤ ਮਨ ਮੇਂ ਧਿਆਨ। ਗੁਰੂ ਦਾ ਇੱਕ ਰੂਪ ਆਪਣੇ ਮਨ ਵਿੱਚ ਵਸਾਓ, ਆਪਣੇ ਅੰਦਰ। ਭਾਈ ਅਦਕ ਸ਼ਕਤੀ ਗਤ ਐਨ, ਉਹਦੇ ਤੋਂ ਭਾਈ ਇਸ ਕਾਬਲ ਵਾਲੀ ਬੀਬੀ ਨੂੰ ਸ਼ਕਤੀ ਮਿਲੀ ਹੈ, ਬਲ ਮਿਲਿਆ, ਤਾਕਤ ਮਿਲੀ ਹੈ। ਹਵਾ ਦੇ ਵੇਗ ਇਹ ਕਾਬਲ ਤੋਂ ਆਉਂਦੀ ਹੈ ਤੇ ਮੁੜ ਜਾਂਦੀ ਹੈ। ਹਾਂਜੀ। ਗ੍ਰਸਤ ਬਿਖੇ ਜੇ ਭਗਤ ਕਰੰਤੇ, ਗੁਰ ਸੇਵੈ ਪ੍ਰਭ ਕੋ ਸਿਮਰੰਤੇ। ਇਸ ਸਾਰੀ ਸਾਖੀ ਦਾ ਤਾਤਪਰਜ ਇਹ ਹੈ, ਜੇ ਗ੍ਰਸਤ ਵਿੱਚ ਰਹਿ ਕੇ ਭਗਤੀ ਕਰੋਗੇ, ਗੁਰੂ ਨੂੰ ਸੇਵੋਗੇ, ਗੁਰੂ ਨੂੰ ਸਿਮਰੋਗੇ। ਆਪਾਂ ਨੂੰ ਨਹੀਂ ਸਮਝ ਆ ਰਹੀ ਕਿ ਗ੍ਰਸਤ ਕੀ ਹੈ। ਅੱਜ ਤੇ ਹਾਲਾਤ ਇਹ ਬਣ ਗਏ ਜੀ, ਬੱਚੇ ਵਿਆਹ ਨਹੀਂ ਕਰਨਾ ਚਾਹੁੰਦੇ ਜੀ। ਤੁਸੀਂ ਕਦੋਂ ਦੱਸਿਆ ਬੱਚਿਆਂ ਨੂੰ ਕਿ ਪੁੱਤਰ ਗ੍ਰਸਤ ਇੱਕ ਧਰਮ ਹੈ? ਦੱਸਿਆ ਤੁਸੀਂ? ਨਹੀਂ। ਫਿਰ ਬੱਚਿਆਂ ਦੇ ਕੋਲ ਬਹਿ ਕੇ ਕਦੇ ਚੰਗੀਆਂ ਗੱਲਾਂ ਤੁਸੀਂ ਪਤੀ ਪਤਨੀ ਨੇ ਕੀਤੀਆਂ? ਉਹ ਕਹਿੰਦੀ ਇਹ ਮੇਰੇ ਮਗਰੋਂ ਨਹੀਂ ਲੈਂਦਾ, ਉਹ ਕਹਿੰਦਾ ਜੀ ਇਹ ਮੇਰੇ ਮਗਰੋਂ ਨਹੀਂ ਲੈਂਦੀ। ਤੁਸੀਂ ਆਪਣੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਵੀ ਅਸੀਂ ਫਸੇ ਹੋਏ ਹਾਂ, ਤੁਸੀਂ ਨਾ ਫਸੇ ਹੋ ਜੇ। ਫਿਰ ਕਹਿਣਗੇ ਜੀ ਕਾਕਾ ਵਿਆਹ ਨਹੀਂ ਕਰਨਾ ਚਾਹੁੰਦਾ। ਜਿਹੋ ਜਿਹੀਆਂ ਤੁਸੀਂ ਗੱਲਾਂ ਕਰਦੇ, ਕਾਕਾ ਦੇ ਪੱਖੇ ਨੂੰ ਲਟਕਣ ਨੂੰ ਫਿਰਦਾ ਹੋਣਾ ਹੈ ਵੀ ਏਡੇ ਗੰਦੇ ਮਾਂ-ਬਾਪ ਦੇ ਘਰ ਮੈਂ ਕਾਹਨੂੰ ਜੰਮ ਪਿਆ। ਕਦੇ ਆਪਣੇ ਬੱਚਿਆਂ ਕੋਲ ਬਹਿ ਕੇ ਚੰਗੀਆਂ ਗੱਲਾਂ ਕਰਿਆ ਕਰੋ। ਕੀਤੀਆਂ ਕਦੇ? ਜੀ ਬੱਚੇ ਇੰਡੀਆ ਨਹੀਂ ਆਉਂਦੇ ਤੇ ਮੈਂ ਤਾਂ ਹਮੇਸ਼ਾ ਪੁੱਛਦਾ ਵੀ ਕਿ ਇੰਡੀਆ ਦੀ ਕੋਈ ਚੰਗੀ ਗੱਲ ਦੱਸੀ ਹੈ? ਉੱਥੇ ਡਸਟ ਬੜੀ ਹੈ, ਉੱਥੇ ਮੱਖੀਆਂ ਬੜੀਆਂ ਨੇ, ਉੱਥੇ ਮੱਛਰ ਬਹੁਤ ਹੈ, ਉੱਥੇ ਕਾਨੂੰਨ ਕੋਈ ਨਹੀਂ ਹੈ, ਉੱਥੇ ਲਾ ਐਂਡ ਆਰਡਰ ਠੀਕ ਨਹੀਂ ਹੈ। ਇਹੋ ਜਿਹੇ ਨਰਕਾਂ 'ਚ ਤੇ ਮੇਰੇ ਖਿਆਲ 'ਚ ਕੋਈ ਵੀ ਨਹੀਂ ਆਏਗਾ। ਕਦੇ ਤੁਸੀਂ ਦੱਸੋ ਉਹਨਾਂ ਨੂੰ ਕਿ ਪੁੱਤਰ ਗੁਰੂਆਂ ਦੀ ਧਰਤੀ ਹੈ, ਉੱਥੇ ਸਾਡੀ ਜਨਮ ਭੂਮੀ ਹੈ, ਉੱਥੇ ਸਾਡੇ ਪੁਰਖਿਆਂ ਦੀ ਧਰਤੀ ਹੈ, ਉੱਥੇ ਸਾਡੇ ਗੁਰੂਆਂ ਦੇ ਪਵਿੱਤਰ ਸਥਾਨ ਨੇ, ਪਵਿੱਤਰ ਗੁਰਧਾਮ ਨੇ। ਤੇ ਬੱਚੇ ਕਹਿਣਗੇ ਪਿਤਾ ਜੀ ਆਪਾਂ ਯਾਤਰਾ ਤੇ ਕਦੋਂ ਜਾਣਾ? ਚੰਗੀ ਗੱਲ ਕਰਕੇ ਤਾਂ ਵੇਖੋ। ਨਾ ਤੁਸੀਂ ਆਪਣੇ ਵਿਆਹ ਬਾਰੇ ਚੰਗੀਆਂ ਗੱਲਾਂ ਕਰੋ, ਨਾ ਤੁਸੀਂ ਆਪਣੇ ਮੁਲਕ ਬਾਰੇ ਚੰਗੀਆਂ ਗੱਲਾਂ ਕਰੋ। ਇੱਥੋਂ ਤੱਕ ਅਸੀਂ ਲੋਕਾਂ ਬਾਰੇ ਵੀ ਗੱਲਾਂ ਮਾੜੀਆਂ ਸ਼ੁਰੂ ਕਰ ਲਈਆਂ। ਜਦੋਂ ਘਰ ਬਵਾਂਗੇ, ਕਿਸੇ ਪਰਿਵਾਰ ਦੀ ਕਦੇ ਤੁਸੀਂ ਸ਼ੋਭਾ ਕੀਤੀ ਹੈ?
ਫਿਰ ਪਤਾ ਕੀ ਕਹਿਣਗੇ, ਪੁੱਤ ਤਾਏ ਘਰ ਜਾਇਆ। ਤੂੰ ਕਹਿੰਦੇ ਪਾਪਾ ਰੋਜ਼ ਤੇ ਆਪਾਂ ਘਰ ਬਹਿ ਕੇ ਕਹਿੰਦੇ ਆ ਵੀ ਤਾਏ ਦਾ ਘਰ ਬੱਚੇ ਠੀਕ ਨਹੀਂ, ਤਾਈ ਠੀਕ ਨਹੀਂ, ਤੇ ਮੈਂ ਉਹਨਾਂ ਦੇ ਘਰ ਕੀ ਲੈਣ ਜਾਣਾ ਹੈ। ਉਹ ਤੁਸੀਂ ਡਿਪਲੋਮੇਟ ਹੋ, ਤੁਹਾਡੇ ਨਿਆਣੇ ਡਿਪਲੋਮੇਟ ਨਹੀਂ ਹੈਗੇ। ਸਾਰੀ ਰਾਤ ਬਹਿ ਕੇ ਤੁਸੀਂ ਪੁੱਠੀਆਂ ਗੱਲਾਂ ਕਰਦੇ, ਸਵੇਰੇ ਕਹਿੰਦੇ ਤਾਈ ਤੋਂ ਆਸ਼ੀਰਵਾਦ ਲਿਆ। ਉਹ ਕਹਿੰਦਾ ਏਡੀ ਚੰਦਰੀ ਜਨਾਨੀ ਤੋਂ ਮੈਂ ਕਾਹਦਾ ਆਸ਼ੀਰਵਾਦ ਲੈਣਾ। ਆਪਾਂ ਨੂੰ ਬੋਲਣ ਲੱਗਿਆ ਪਹਿਲਾਂ ਆਪ ਸੋਚਣਾ ਚਾਹੀਦਾ ਅਸੀਂ ਕਰ ਕੀ ਰਹੇ। ਫਿਰ ਸਾਰਾ ਦਿਨ ਧਰਮਾਂ ਦੇ ਵਿੱਚ ਵੀ ਸਾਡੀ ਹਾਲਤ ਇਹ ਹੈ, ਭੂਤਾਂ ਦੀਆਂ, ਪ੍ਰੇਤਾਂ ਦੀਆਂ ਮਾੜੀਆਂ ਗੱਲਾਂ ਦਾ ਜ਼ਿਕਰ ਕਰਦੇ ਅਸੀਂ। ਅੱਛੀਆਂ ਗੱਲਾਂ ਆਪਣੇ ਬੱਚਿਆਂ ਨੂੰ ਸੁਣਾਓ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿਹੜਾ ਵੀ ਵਿਅਕਤੀ ਗ੍ਰਸਤ ਵਿੱਚ ਰਹੇਗਾ। ਹੁਣ ਗ੍ਰਸਤੀ ਕੀ ਹੈ? ਗ੍ਰਸਤ ਇੱਕ ਧਰਮ ਹੈ, ਮੁਕੰਮਲ ਧਰਮ ਹੈ, ਜਿੱਥੇ ਨਾ ਰੋਟੀ ਮੰਗੀ ਜਾਂਦੀ ਹੈ, ਨਾ ਕੱਪੜਾ ਮੰਗਿਆ ਜਾਂਦਾ ਹੈ। ਗ੍ਰਸਤੀ ਭੁੱਖੇ ਨੂੰ ਰੋਟੀ ਦਿੰਦਾ ਹੈ, ਨੰਗੇ ਨੂੰ ਕੱਪੜਾ ਦਿੰਦਾ ਹੈ, ਗਰੀਬ ਨੂੰ ਪੈਸਾ ਦਿੰਦਾ ਹੈ। ਔਰ ਤੁਹਾਡਾ ਇਤਿਹਾਸ ਕਹਿੰਦਾ ਹੈ ਕਿ ਬਾਬਾ ਸ਼੍ਰੀ ਚੰਦ ਵਰਗੇ ਉਦਾਸੀ ਮਹਾਤਮਾ ਨੂੰ ਜਿਨਨੇ ਉਦਾਸੀ ਮਤ ਚਲਾਇਆ, ਚਲਾ ਤੇ ਲਿਆ, ਵਿਆਹ ਨਹੀਂ ਕੀਤਾ, ਪਰ ਜਦੋਂ ਬਜ਼ੁਰਗ ਹੋ ਗਏ, ਸਾਰੀ ਉਮਰ ਤੇ ਲੰਘ ਗਈ। ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਸਨ, ਪਿਤਾ ਜੀ ਕਰਕੇ ਆਪਣੀ ਭਗਤੀ ਕਰਕੇ ਸਾਰੀ ਉਮਰ ਆਕੜ ਵਿੱਚ ਲੰਘ ਗਈ। ਉਹਨਾਂ ਨੇ ਗੁਰੂਆਂ ਨੂੰ ਨਹੀਂ ਸੀ ਮਾਫ ਕੀਤਾ। ਗੁਰੂ ਜੀ ਨੂੰ ਪੁੱਛ ਲਿਆ ਸੀ ਵੀ ਇਹ ਲੰਬੀ ਜੀ ਦਾੜੀ ਕਿਉਂ ਵਧਾਈ ਹੋਈ ਹੈ। ਇੱਦਾਂ ਹੀ ਬੋਲਦੇ ਸੀ ਬਾਬਾ ਸ਼੍ਰੀ ਚੰਦ। ਪਰ ਜਦੋਂ ਵੇਖਿਆ ਵੀ ਜੇ ਮੈਂ ਚਲਾ ਗਿਆ ਤੇ ਉਦਾਸੀ ਮਤ ਵੀ ਖਤਮ ਹੋ ਜਾਏਗਾ, ਜਿਨਨੇ ਉਦਾਸੀ ਮਤ ਸ਼ੁਰੂ ਕੀਤਾ ਬਾਬੇ ਸ਼੍ਰੀ ਚੰਦ ਨੇ, ਉਸੇ ਬਾਬੇ ਸ਼੍ਰੀ ਚੰਦ ਨੇ ਫਿਰ ਗ੍ਰਸਤੀ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਪੁੱਤਰ ਮੰਗਿਆ। ਹੁਣ ਇਸ ਤੋਂ ਵੱਡੀ ਗ੍ਰਸਤੀ ਦੀ ਕੀ ਮਹਾਨਤ ਹੈ? ਜਾਂ ਇਉਂ ਕਹਿ ਲਈਏ, ਨਾਟਸ਼ਾਲੇ ਦਾ ਜਵਾਬ ਇਹ ਹੈ ਕਿ ਭਿਖਾਰੀ ਜਾਂ ਮੰਗਤੇ ਦਾ ਨਾਂ ਗ੍ਰਸਤੀ ਨਹੀਂ ਹੈ। ਗ੍ਰਸਤੀ ਇੱਕ ਦਾਤੇ ਨੂੰ ਕਹਿੰਦੇ ਨੇ, ਜਿਹੜਾ ਬੇ ਔਲਾਦ ਨੂੰ ਪੁੱਤਰ ਵੀ ਦੇ ਸਕਦਾ ਹੈ। ਕੋਈ ਬਾਬਾ ਕਿਸੇ ਨੂੰ ਪੁੱਤ ਦਵੇ, ਬੀਬੀ ਨੂੰ ਨਾ ਦਵੇ, ਕਿਉਂਕਿ ਬਾਬਿਆਂ ਨੂੰ ਆਦਤ ਹੈ ਮੁੰਡੇ ਵੰਡਦੇ ਨੇ। ਮੈਂ ਤੇ ਰੋਜ਼ ਇੱਥੇ ਬੈਠ ਕੇ ਬੇਨਤੀ ਕਰਦਾ ਵੀ ਵੇਖੋ, ਕੋਈ ਬਾਬਾ ਨਹੀਂ ਦੁਨੀਆ 'ਚ ਜਿਹੜਾ ਕੁੜੀਆਂ ਵੰਡਦਾ ਹੋਵੇ, ਪਰ ਇਹ ਕਮਲੀਆਂ ਫੇਰ ਜੰਮ ਪੈਂਦੀਆਂ ਨੇ। ਕੋਈ ਡਾਕਟਰ ਨਹੀਂ ਜਿਹੜਾ ਕੁੜੀਆਂ ਦੀ ਦਵਾਈ ਦਿੰਦਾ ਹੋਵੇ, ਕੁੜੀਆਂ ਫੇਰ ਜੰਮ ਪੈਂਦੀਆਂ ਨੇ। ਹੁਣ ਜਾਂ ਤੇ ਡਾਕਟਰਾਂ ਨੂੰ ਮਰ ਜਾਣਾ ਚਾਹੀਦਾ ਕੁਝ ਖਾ ਕੇ, ਜਾਂ ਬਾਬਿਆਂ ਨੂੰ ਹੀ ਸੁਸਾਈਡ ਕਰ ਲੈਣਾ ਚਾਹੀਦਾ ਵੀ ਤੁਹਾਡੇ ਆਸ਼ੀਰਵਾਦ ਦੇਣ ਤੋਂ ਬਾਅਦ ਇੰਨੀਆਂ ਕੁੜੀਆਂ ਧਰਤੀ ਤੇ ਕਿਵੇਂ ਆ ਗਈਆਂ। ਕੋਈ ਹੱਕ 'ਚ ਨਹੀਂ ਹੈ, ਮੈਂ ਹੱਕ 'ਚ ਨਹੀਂ ਵੀ ਮੇਰੇ ਘਰ ਕੁੜੀ ਆਵੇ, ਕੋਈ ਬਾਬਾ ਹੱਕ 'ਚ ਨਹੀਂ ਵੀ ਧਰਤੀ ਤੇ ਕੋਈ ਕੁੜੀ ਆਵੇ, ਕੋਈ ਡਾਕਟਰ ਹੱਕ ਨਹੀਂ, ਕਿਸੇ ਹੱਕ 'ਚ ਨਹੀਂ ਹੈਗਾ ਕਿ ਕਿਸੇ ਦੇ ਘਰ ਕੁੜੀ ਹੋਵੇ। ਸਭ ਮੁੰਡਿਆਂ ਦੀ ਦਵਾਈ ਵੰਡਦੇ ਨੇ, ਮੁੰਡਿਆਂ ਦੇ ਆਸ਼ੀਰਵਾਦ ਦਿੰਦੇ ਨੇ। ਪਰ ਸ਼ਾਇਦ ਰੱਬ ਦੀ ਤਾਕਤ ਵੱਡੀ ਹੈ, ਉਹ ਫਿਰ ਇਹਨਾਂ ਬੱਚੀਆਂ ਨੂੰ ਧਰਤੀ ਤੇ ਘੱਲਦਾ ਹੈ। ਇਸੇ ਕਰਕੇ ਸਾਡੀ ਹੋਂਦ ਹੈਗੀ ਹੈ, ਇਹ ਚੇਤਾ ਰੱਖਣਾ। ਇਹ ਬੱਚੇ ਮਾਵਾਂ ਨੂੰ ਹੀ ਜੰਮਣਗੇ, ਮਸ਼ੀਨਾਂ ਚੋਂ ਨਹੀਂ ਨਿਕਲਣੇ। ਗ੍ਰਸਤੀ ਪੁੱਤਰ ਵੀ ਦੇ ਸਕਦਾ ਹੈ ਤੁਹਾਨੂੰ। ਜਿਹੜਾ ਗ੍ਰਸਤੀ ਹੈ ਉਹ ਤੁਹਾਨੂੰ ਪੁੱਤਰ ਵੀ ਦੇ ਸਕਦਾ ਹੈ। ਕੋਈ ਬਾਬਾ ਪੁੱਤਰ ਦੇਵੇਗਾ ਕੋਈ ਗਰੰਟੀ ਨਹੀਂ ਹੈ, ਕਿਉਂਕਿ ਉਹਨਾਂ ਦਾ ਤੇ ਆਸ਼ੀਰਵਾਦ ਹੀ ਇਹ ਹੈ, ਪੁੱਤਰ ਮਨਾ ਪੁੱਤਰੀ। ਸੁਣਿਆ? ਇਹ ਜਿੰਨੇ ਬਾਬੇ ਨੇ ਨਾ, ਜਦੋਂ ਗ੍ਰਸਤੀ ਆਪਣੇ ਨੌ ਪੁੱਤ ਨੂੰ ਲੈ ਕੇ ਜਾਂਦੇ ਨੇ, ਬਾਬਾ ਜੀ ਇਹਨੂੰ ਬੱਚੀ ਨੂੰ ਮੁੰਡਾ ਦਿਓ, ਬਾਬਾ ਕੋ ਕਹਿੰਦਾ ਪੁੱਤਰਮ ਨਾ ਪੁੱਤਰੀ। ਅੱਛਾ ਹੋ ਗਿਆ ਪੁੱਤਰ,
ਤੇ ਬੀਬੀ ਪਤਾ ਕੀ ਲੋਕ ਪਤਾ ਕੀ ਕਹਿੰਦੇ ਨੇ ਜੀ, ਬਾਬਾ ਜੀ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਸੀ ਪੁੱਤਰ ਨਾ ਪੁੱਤਰੀ, ਤੇ ਜੇ ਹੋ ਗਈ ਕੁੜੀ ਤੇ ਲੋਕ ਫੇਰ ਪ੍ਰਚਾਰ ਕਰਦੇ ਨੇ ਬਾਬਾ ਜੀ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਸੀ ਪੁੱਤਰਮ ਨਾ ਪੁੱਤਰੀ, ਵੀ ਐਤਕਾ ਮੁੰਡਾ ਨਹੀਂ ਹੋਏਗਾ, ਐਤਕਾ ਕੁੜੀ ਹੋਏਗੀ। ਲਓ, ਬਾਬੇ ਦਾ ਪੈਟ ਸਲੋਗਨ ਹੈ ਪੁੱਤਰਮ ਨਾ ਪੁੱਤਰੀ। ਦੁਨੀਆ ਉਹ ਨੰਨਾ ਕਦੇ ਅੱਗੇ ਜੋੜ ਲੈਂਦੀ ਹੈ, ਕਦੇ ਪਿੱਛੇ ਜੋੜ ਲੈਂਦੀ ਹੈ। ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ। ਐਸਾ ਧਰਮ ਦੁਨੀਆ ਦੇ ਵਿੱਚ ਕਿਤੇ ਨਹੀਂ ਹੈਗਾ। ਪਤੀਬ੍ਰਤ ਧਰਮ ਹੋਵੇ ਤੇ ਗ੍ਰਸਤੀ ਹੋਵੇ, ਇਸ ਤੋਂ ਵੱਡੀ ਤਾਕਤ ਕਿਸੇ ਕੋਲ ਨਹੀਂ ਹੈਗੀ। ਤੇ ਜਿਹੜਾ ਗੁਰੂ ਵਾਲਾ ਬਣ ਕੇ ਭਗਤੀ ਕਰਦਾ ਹੈ, ਉਹ ਤਾਂ ਫਿਰ ਸੋਨੇ ਤੇ ਸੁਹਾਗਾ ਹੈ ਭਾਈ। ਹਾਂਜੀ, ਤਿੰਨ ਸਮਾਨ ਦੂਸਰ ਨਹਿ ਹੋਏ, ਸੁਨ ਗੁਰ ਤੇ ਹਰਖੇ ਸਭ ਕੋਏ। ਇਹਨਾਂ ਦੇ ਸਮਾਨ ਕੋਈ ਦੂਜਾ ਹੋ ਨਹੀਂ ਸਕਦਾ। ਗ੍ਰਸਤੀ ਹੋਵੇ ਤੇ ਗੁਰੂ ਵਾਲਾ ਹੋਵੇ, ਗੁਰੂ ਦੀ ਸੇਵਾ ਕਰਨ ਵਾਲਾ ਹੋਵੇ। ਵੇਖੋ ਨਾ, ਜਿਹੜਾ ਆਦਮੀ ਰੋਜ਼ ਸਵੇਰੇ ਉੱਠ ਕੇ ਘਰ ਨਹਾਵੇ, ਪਾਠ ਕਰੇ, ਗੁਰਦੁਆਰੇ ਆਵੇ, ਪ੍ਰਸ਼ਾਦ ਕਰਾਵੇ, ਮੱਥਾ ਟੇਕੇ, ਰਾਗੀਆਂ ਪ੍ਰਚਾਰਕਾਂ ਦੀ ਸੇਵਾ ਦੇ ਵਿੱਚ ਵੀ ਭੇਟਾ ਦੇਵੇ, ਬਾਹਰ ਕਾਰ ਸੇਵਾ ਨੂੰ ਵੀ ਭੇਟਾ ਦੇਵੇ, ਕਿਸੇ ਲੋੜਵੰਦ ਦੀ ਵੀ ਮਦਦ ਕਰੇ, ਉਹਦੇ ਵਰਗਾ ਕੌਣ ਇਨਸਾਨ ਹੋ ਸਕਦਾ? ਇੱਕ ਧਰਮ ਹੀ ਐਸਾ ਹੈ ਜਿਹੜਾ ਕਦੇ ਕਿਸੇ ਨੂੰ ਵੱਧਦਾ ਫੁੱਲਦਾ ਵੇਖ ਕੇ ਸੜਦਾ ਨਹੀਂ, ਪਰ ਗਰੀਬ ਲੋੜਵੰਦ ਵੇਖ ਕੇ ਮੂੰਹ ਪਰਾਂ ਨਹੀਂ ਕਰਦਾ, ਅੱਗੇ ਹੋ ਕੇ ਉਹਦੀ ਮਦਦ ਕਰਦਾ ਹੈ। ਧੰਨ ਧੰਨ ਤੁਮ ਪ੍ਰਭੂ ਕਿਰਪਾਲੂ, ਦਾਤਾ ਸ਼ਕਤੀ ਬ੍ਰਿੰਦ ਬਿਸਾਲੂ। ਸੁਣ ਗੁਰ ਤੇ ਹਰਖੇ ਸਭ ਕੋਏ। ਗੁਰੂ ਅਮਰਦਾਸ ਜੀ ਦੇ ਬਚਨ ਸੁਣ ਕੇ ਸੰਗਤ ਬੜੀ ਖੁਸ਼ ਹੋਈ। ਗੁਰੂ ਤੂੰ ਧੰਨ ਹੈ। ਹਾਲਾਂਕਿ ਧੰਨ ਉਹ ਬੀਬੀ ਹੈ ਜਿਹੜੀ ਕਾਬਲ ਤੋਂ ਰੋਜ਼ ਹਵਾ ਦੇ ਵੇਗ ਆ ਜਾਂਦੀ ਹੈ, ਹਵਾ ਦੇ ਵੇਗ ਮੁੜ ਜਾਂਦੀ ਹੈ। ਪਰ ਬੀਬੀ ਨੂੰ ਇਹ ਸ਼ਕਤੀ ਕਿੱਥੋਂ ਮਿਲੀ? ਗੁਰੂ ਅਮਰਦਾਸ ਦੇ ਘਰੋਂ। ਤੇ ਵੇ ਧੰਨ ਕੌਣ ਹੋਇਆ? ਧੰਨ ਗੁਰੂ ਅਮਰਦਾਸ ਹੈ। ਧੰਨ ਧੰਨ ਗੁਰੂ ਅਮਰਦਾਸ। ਪੁਨ ਸੋ ਮਾਈ ਨਿਕਟ ਹਕਾਰੀ, ਕਰੀ ਨਿਹਾਲ ਸੁਗੇਰਾ ਉਚਾਰੀ। ਫਿਰ ਸੱਚੇ ਪਾਤਸ਼ਾਹ ਨੇ ਆਦੇਸ਼ ਕੀਤਾ, ਜਾਓ ਬਈ ਉਸ ਬੀਬੀ ਨੂੰ, ਉਸ ਬੱਚੀ ਨੂੰ ਬੁਲਾ ਕੇ ਲਿਆਓ। ਉਹ ਬੀਬੀ ਆਈ, ਸੱਚੇ ਪਾਤਸ਼ਾਹ ਨੇ ਉਸ ਨੂੰ ਨਿਹਾਲ ਕੀਤਾ, ਉਹਦੇ ਤੇ ਆਪਣੀ ਮਿਹਰ, ਆਪਣੀ ਨਜ਼ਰ, ਆਪਣੀ ਕਿਰਪਾ ਦ੍ਰਿਸ਼ਟੀ ਕੀਤੀ। ਹਾਂਜੀ, ਆਤਮ ਗਿਆਨ ਦੰਪਤੀ ਪਾਵੋ, ਅੰਤ ਸਮੈ ਮੁਝ ਸੋ ਮਿਲ ਜਾਵੋ। ਸੱਚੇ ਪਾਤਸ਼ਾਹ ਨੇ ਬਚਨ ਆਖੇ, ਤੁਹਾਨੂੰ ਦੰਪਤੀ ਨੂੰ ਆਤਮਿਕ ਗਿਆਨ ਮਿਲੇ। ਬੜੀ ਦੁਨੀਆ ਦੀ ਨੌਲੇਜ ਹੈ ਸਾਨੂੰ, ਪਰ ਪੁੱਛੋ ਵੀ ਤੁਹਾਨੂੰ ਆਪਣੇ ਅੰਦਰ ਬਾਰੇ ਵੀ ਕੁਝ ਪਤਾ ਹੈ? ਮੇਰੇ ਅੰਦਰ ਕ੍ਰੋਧ ਕਿੰਨਾ ਹੈ, ਮੇਰੇ ਅੰਦਰ ਕਾਮ ਕਿੰਨਾ ਹੈ, ਮੇਰੇ ਅੰਦਰ ਲੋਭ ਕਿੰਨਾ ਹੈ, ਮੈਂ ਹੰਕਾਰੀ ਕਿੰਨਾ ਹਾਂ, ਆਪਾਂ ਜਾਣਦੇ ਆ ਆਪਣੇ ਬਾਰੇ? ਸਾਨੂੰ ਤੇ ਬੀਪੀ ਵੀ ਉਹ ਡਾਕਟਰ ਹੀ ਦੱਸਦਾ ਵੀ ਕਿੰਨਾ ਹੈ, ਆਪਣੇ ਬਲੱਡ ਪ੍ਰੈਸ਼ਰ ਦਾ ਨਹੀਂ ਪਤਾ। ਸ਼ੂਗਰ ਵੀ ਮਸ਼ੀਨ ਹੀ ਸਵੇਰੇ ਉੱਠ ਕੇ ਦੱਸਦੀ ਹੈ ਵੀ ਕਿੰਨੀ, ਉਹ ਵੀ ਆਪ ਨੂੰ ਨਹੀਂ ਪਤਾ। ਆਪਣੇ ਬਾਰੇ ਕੁਝ ਨਹੀਂ ਪਤਾ। ਤੇ ਰਹੀ ਗੱਲ ਆਂਢੀਆਂ ਗੁਆਂਢੀਆਂ ਦੀ, ਦੱਸੋ ਕੀ ਪੁੱਛਣਾ ਹੈ? ਇਹਨਾਂ ਦੀ ਕੁੜੀ ਕਿੱਥੇ ਵਿਆਹੀ ਹੈ ਉਹ ਵੀ ਮੈਨੂੰ ਪਤਾ ਹੈ, ਇਹਨਾਂ ਦੀ ਨੂੰਹ ਕਦੋਂ ਦੀ ਭੱਜ ਗਈ ਹੈ ਉਹ ਵੀ ਮੈਨੂੰ ਪਤਾ ਹੈ, ਇਹਨਾਂ ਦੇ ਕੁੜਮਾਂ ਦੀ ਜ਼ਮੀਨ ਕਿੰਨੀ ਹੈ ਮੈਨੂੰ ਉਹ ਵੀ ਪਤਾ ਹੈ। ਮਤਲਬ ਇੰਨਾ ਤਾਂ ਗੂਗਲ ਦੇ ਕੋਲ ਮਤਲਬ ਮਟੀਰੀਅਲ ਨਹੀਂ ਹੋਣਾ ਜਿੰਨਾ ਕੱਲਾ ਕੱਲਾ ਬੰਦਾ ਚੁੱਕੀ ਫਿਰਦਾ ਹੈ। ਪੁੱਛੋ ਆਪਣੇ ਬਾਰੇ ਕੁਝ ਪਤਾ ਹੈ? ਨਹੀਂ, ਆਪਣੇ ਬਾਰੇ ਕੁਝ ਨਹੀਂ ਪਤਾ। ਤੇ ਭਈ ਲੋੜ ਤਾਂ ਇਹ ਸੀ ਵੀ ਤੈਨੂੰ ਆਪਣੇ ਬਾਰੇ ਪਤਾ ਹੁੰਦਾ। ਤੂੰ ਆਪਣੀ ਹੈਲਥ ਬਾਰੇ
ਕੌਂਸ਼ੀਅਸ ਨਹੀਂ ਹੈ, ਆਪਣੀ ਮਾਨਸਿਕ ਅਵਸਥਾ ਬਾਰੇ ਨਹੀਂ ਹੈ, ਤੇ ਬਾਕੀ ਕੀ ਬਚਿਆ? ਲੋੜ ਸੀ, ਸਤਿਗੁਰੂ ਦੀ ਬਾਣੀ 'ਚ ਲਿਖਿਆ ਹੈ, ਬੰਦੇ ਖੋਜ ਦਿਲ ਹਰ ਰੋਜ਼। ਅਸੀਂ ਸਵੇਰੇ ਉੱਠ ਕੇ ਪਹਿਲਾਂ ਫੇਸਬੁੱਕ ਖੋਜਦੇ ਹਾਂ, ਉਹਦੇ 'ਚ ਕੀ ਹੈ, ਫਿਰ ਅਸੀਂ ਵਟਸਐਪ ਖੋਜਦੇ ਹਾਂ, ਉਹਦੇ ਵਿੱਚ ਕੀ ਹੈ, ਫਿਰ ਇੰਸਟਾਗ੍ਰਾਮ ਖੋਲ੍ਹਦੇ ਹਾਂ, ਉਹਦੇ ਵਿੱਚ ਕੀ ਹੈ, ਫਿਰ ਅਖਬਾਰਾਂ ਖੋਲ੍ਹਦੇ ਹਾਂ, ਉਹਦੇ 'ਚ ਕੀ, ਫਿਰ TV ਖੋਲ੍ਹਦੇ ਹਾਂ, ਉਹਦੇ 'ਚ ਕੀ ਹੈ, ਫਿਰ ਜਿਹੜਾ ਬੰਦਾ ਗਲੀ 'ਚ ਟੱਕਰੇ, ਭਰਾ ਜੀ ਕੋਈ ਨਵੀਂ ਤਾਜ਼ੀ ਸੁਣਾਓ, ਵੀ ਕਿੰਨਾ ਕੁ ਡਾਟਾ ਇਕੱਠਾ ਕਰਨਾ ਹੈ ਤੂੰ, ਵੀ ਹੁਣ ਇਹਨੇ ਇਹ ਵੀ ਦੱਸੋ ਵੀ ਆਪਣੇ ਪਿੰਡ 'ਚ ਸਾਈਕਲ ਚੋਰੀ ਹੋ ਗਿਆ, ਉਹਨਾਂ ਦੀ ਮੱਝ ਨੇ ਕੱਟਾ ਦਿੱਤਾ, ਇਹ ਵੀ ਦੱਸੋ ਇਹਨੂੰ। ਬਹੁਤ ਇਨਫੋਰਮੇਸ਼ਨ ਜ਼ਰੂਰੀ ਹੈ। ਮਤਲਬ ਗਲੀ 'ਚ ਨਿਕਲੇ ਫਿਰ ਪੁੱਛੀ ਜਾਂਦਾ ਹੋਰ ਕੋਈ ਹੋਰ ਸੁਣਾਓ। ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਰੇਸ਼ਾਨ ਘੁੰਮਣ ਦੀ ਕੀ ਲੋੜ ਹੈ? ਕਿਉਂ ਪਰੇਸ਼ਾਨ ਹੈ ਤੂੰ? ਪਰੇਸ਼ਾਨ ਇਸ ਕਰਕੇ ਨਹੀਂ ਹੈ ਵੀ ਗਵਾਂਢੀਆਂ ਦੀ ਮੱਝ ਨੇ ਕੱਟੀ ਨਹੀਂ ਦਿੱਤੀ, ਕੱਟਾ ਦਿੱਤਾ ਹੈ। ਪਰੇਸ਼ਾਨ ਤੂੰ ਇਸ ਕਰਕੇ ਹੈ ਕਿ ਤੈਨੂੰ ਆਪੇ ਭਾਵ ਦਾ ਹੀ ਨਹੀਂ ਪਤਾ। ਇੱਕ ਗੱਲ ਤੁਸੀਂ ਮੇਰੇ ਨਾਲ ਸਹਿਮਤ ਹੋਵੋ ਕਿ ਵੇਖੋ, ਮੈਂ ਕੋਈ ਆਪ ਵੀ ਆਤਮ ਗਿਆਨੀ ਨਹੀਂ ਹੈਗਾ, ਪਰ ਮੈਂ ਨਾ ਕਈ ਵਾਰੀ ਬੈਠਾ ਬੈਠਾ ਵੇਖਦਾ, ਫਿਰ ਮੈਂ ਕਈ ਵਾਰੀ ਆਪਣੇ ਬੱਚਿਆਂ ਨਾਲ ਵੀ ਗੱਲ ਕਰਦਾ, ਮੈਂ ਕਿ ਪੁੱਤ ਪਤਾ ਨਹੀਂ ਮਨ ਕਾਲਾ ਕਾਲਾ ਜਿਹਾ ਪਈ ਜਾਂਦਾ ਹੈ, ਮਨ ਉਦਾਸ ਹੈ। ਉਹ ਕਹਿੰਦੇ ਪਾਪਾ ਕੀ ਹੋਇਆ? ਮੈਂ ਕਿਹਾ ਹੋਇਆ ਤੇ ਕੁਝ ਵੀ ਨਹੀਂ, ਹੋਇਆ ਕੁਛ ਨਹੀਂ। ਕਈ ਵਾਰੀ ਮਨ ਉਦਾਸ ਹੁੰਦਾ ਹੈ, ਕਈ ਵਾਰ ਤੁਸੀਂ ਵੇਖੋਗੇ ਤੁਸੀਂ ਬੜੇ ਫਰੈਸ਼ ਹੋਵੋਗੇ, ਤੇ ਪੁੱਛੋ ਵੀ ਕੋਈ ਖੁਸ਼ਖਬਰੀ ਮਿਲੀ? ਨਹੀਂ ਮਿਲੀ ਤੇ ਕੋਈ ਵੀ ਨਹੀਂ। ਆ ਸਾਡੇ ਦੋ ਨੱਕ ਨੇ ਨਾ, ਕਿ ਸਾਨੂੰ ਪਤਾ ਹੈ ਵੀ ਦੋਨੋਂ ਇਕੱਠੇ ਨਹੀਂ ਚੱਲਦੇ, ਕਦੇ ਇੱਕ ਨਾਸਕਾ ਚੱਲਦੀ ਹੈ, ਕਦੇ ਦੂਜੀ ਚੱਲਦੀ ਹੈ। ਬਹੁਤ ਘੱਟ ਹੁੰਦਾ ਹੈ ਕਿ ਇਹ ਸਮ ਹੋ ਜਾਏ, ਕਿ ਦੋਵਾਂ ਨਾਸਕਾਵਾਂ ਵਿੱਚੋਂ ਸਾਹ ਅੰਦਰ ਜਾਵੇ ਤੇ ਦੋਵਾਂ ਚੋਂ ਹੀ ਬਾਹਰ ਆਵੇ। ਬਹੁਤ ਘੱਟ ਹੁੰਦਾ ਹੈ। ਕਿ ਆਪਾਂ ਨੂੰ ਇਹਨਾਂ ਆਪਣੀਆਂ ਚੀਜ਼ਾਂ ਦਾ ਪਤਾ ਹੈ, ਆਪਣੇ ਬਾਰੇ ਸਾਨੂੰ ਕੁਝ ਨਹੀਂ ਪਤਾ। ਗੁਰੂ ਅਮਰਦਾਸ ਜੀ ਨੇ ਅਸ਼ੀਰਵਾਦ ਦਿੱਤਾ ਕਿ ਬੱਚਿਓ, ਤੁਹਾਨੂੰ ਆਤਮਿਕ ਗਿਆਨ ਹੋਵੇ ਤੇ ਜਦੋਂ ਅੰਤ ਸਮਾਂ ਆਵੇ ਤੇ ਤੁਸੀਂ ਮੈਨੂੰ ਆ ਕੇ ਮਿਲੋ। ਸਾਡੇ 'ਚ ਹੈ ਕੋਈ ਜਿਹੜਾ ਕਵੇ ਜੀ ਮੈਂ ਮਰਨ ਤੋਂ ਬਾਅਦ ਵੀ ਗੁਰੂ ਨੂੰ ਮਿਲਣਾ ਹੈ? ਨਹੀਂ ਜੀ, ਸਵਰਗ ਚਾਹੀਦਾ ਹੈ। ਪਤਾ ਸਵਰਗ ਕਿਉਂ ਚਾਹੀਦਾ ਹੈ? ਅਮਰੀਕਾ ਵਾਲੀ ਹਾਲਤ ਹੈ, ਕਿਸੇ ਨੇ ਦੱਸ ਦਿੱਤਾ ਹੈ ਵੀ ਸਵਰਗ ਵਿੱਚ ਸੋਹਣੀਆਂ ਸੋਹਣੀਆਂ ਬੀਬੀਆਂ ਹੁੰਦੀਆਂ ਨੇ, ਫਲ ਫਰੂਟ ਬੜੇ ਹੁੰਦੇ ਨੇ, ਸੜਕਾਂ ਬੜੀਆਂ ਵਧੀਆ ਨੇ, ਕੋਠੀਆਂ ਬੜੀਆਂ ਸੋਹਣੀਆਂ ਨੇ, ਬੰਗਲੇ ਬੜਿਆ ਵਧੀਆ ਨੇ, ਤੇ ਪੁੱਛੋ ਵੀ ਹੱਡੀਆਂ ਤੇ ਤੇਰੀਆਂ ਇੱਥੇ ਸਾੜ ਦੇਣੀਆਂ ਨੇ ਹੈ, ਤੇ ਉੱਥੇ ਸਵਰਗਾਂ 'ਚ ਕਿਹੜੀ ਗੱਡੀ ਤੇ ਚੜ੍ਹੇਗਾ ਤੂੰ? ਇੰਨੀ ਰੋਂਗ ਇਨਫੋਰਮੇਸ਼ਨ ਅਸੀਂ ਇਕੱਠੀ ਕਰਕੇ ਬੈਠੇ ਆ, ਪਤਾ ਹੀ ਨਹੀਂ। ਸਵਰਗਾਂ ਨੂੰ ਜਾਣਾ ਹੈ। ਹੋਇਆ ਕੀ ਹੈ? ਸਵਰਗਾਂ ਦੀ ਇੱਕ ਬੜੀ ਪੌਸ਼ ਕਲੋਨੀ ਜਿਹੜੀ ਹੈ, ਉਹ ਲੋਕਾਂ ਨੂੰ ਦੱਸ ਦਿੱਤੀ ਗਈ ਵੀ ਉੱਥੇ ਤਾਂ ਬੜਾ ਹੀ ਵਧੀਆ ਮਾਹੌਲ ਹੈ ਜੀ। ਜਿਹਦਾ ਇੱਥੇ ਧਰਤੀ ਤੇ 50 ਗੱਜ ਦਾ ਘਰ ਨਹੀਂ ਹੈਗਾ, ਉਹ ਵੀ ਕਹਿੰਦਾ ਜੀ ਸਵਰਗਾਂ ਨੂੰ ਜਾਣਾ ਹੈ। ਤੇ ਪੁੱਛਿਓ ਗੁਰੂ ਗ੍ਰੰਥ ਸਾਹਿਬ 'ਚ ਸਵਰਗਾਂ ਨੂੰ ਮੰਨਿਆ ਗਿਆ ਹੈ? ਸਤਿਗੁਰੂ ਕਹਿਣ ਲੱਗੇ ਨਹੀਂ। ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋਊ ਰਾਧੇ। ਸੰਤ ਨਹੀਂ ਨਾ ਨਰਕਾਂ ਤੋਂ ਡਰਦੇ ਨੇ, ਨਾ ਸਵਰਗਾਂ ਨੂੰ ਮੰਨਦੇ ਨੇ। ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਮੇਰੇ ਤੇ ਗੁਰੂ ਦੀ ਕਿਰਪਾ, ਮੈਂ ਕੀ ਲੈਣਾ ਸਵਰਗਾਂ ਤੋਂ, ਮੈਂ ਕੀ ਲੈਣਾ ਨਰਕਾਂ ਤੋਂ। ਬੜੀ ਦੁਨੀਆ ਜਿਹਨੇ ਜਿਹੜੇ ਦੁਨੀਆ ਦੇ ਵਿੱਚ ਘਰ ਬਣਾਉਂਦਿਆਂ ਵੀ ਪਹਿਲਾਂ ਸੋਚਦੇ ਨੇ ਕਿ ਕੀ ਮੈਂ ਰੋਜ਼ ਗੁਰਦੁਆਰੇ ਜਾ ਸਕਾਂਗਾ। ਇਹ ਗੁਰੂ ਦਾ ਪਿਆਰ ਹੈ। ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ
ਕਿ ਤੁਸੀਂ ਦੋਵੇਂ ਅੰਤ ਸਮਾਂ ਆਵੇ ਤੇ ਤੁਸੀਂ ਆ ਕੇ ਮੈਨੂੰ ਮਿਲੋ। ਗੁਰੂ ਦਾ ਮਿਲਾਪ ਹੀ ਸਾਨੂੰ ਆਵਾਗਮਨ ਤੋਂ ਮੁਕਤ ਕਰ ਸਕਦਾ ਹੈ। ਨਾ ਇਹ ਸਬਜ਼ ਬਾਗ ਨਾ ਵੇਖੋ। ਮੁਸਲਮਾਨਾਂ ਨੇ ਜੰਨਤ ਦੀ ਬੜੀ ਵਿਆਖਿਆ ਕੀਤੀ ਹੈ, ਬਿਸ਼ਤ ਦੀ। ਆਹੀ ਕੁਝ ਉਹਨਾਂ ਨੇ ਕਿਹਾ। ਉੱਥੇ ਜੀ ਪਰੀਆਂ ਹੁੰਦੀਆਂ ਨੇ ਜੀ, ਉੱਥੇ ਅੰਗੂਰਾਂ ਦੀ ਸ਼ਰਾਬ ਹੁੰਦੀ ਜੀ, ਜਿਹਨੂੰ ਇੱਥੇ ਚਾਹ ਨਹੀਂ ਮਿਲੀ ਅੰਗੂਰਾਂ ਦੀ ਸ਼ਰਾਬ ਲੱਭਦਾ ਫਿਰਦਾ ਜੰਨਤ ਵਿੱਚ। ਆ ਇਸਲਾਮ ਦੇ ਨਾਂ ਤੇ ਜਿੰਨਾ ਜਹਾਦ ਹੈ, ਤੁਸੀਂ ਕੀ ਸੋਚਦੇ ਵੀ ਨਿੱਕੇ ਨਿੱਕੇ ਬੱਚੇ ਬੰਦੂਕਾਂ ਚੁੱਕ ਕੇ ਕਸ਼ਮੀਰ 'ਚ ਆ ਕੇ ਗੋਲੀਆਂ ਚਲਾਉਣਗੇ? ਉਹਨਾਂ ਬੱਚਿਆਂ ਨੂੰ ਸਮਝਾ ਦਿੱਤਾ ਗਿਆ ਪਾਕਿਸਤਾਨ ਵਿੱਚ ਕਿ ਇੱਥੇ ਤੇ ਤੁਹਾਡਾ ਵਿਆਹ ਵੀ ਨਹੀਂ ਹੋਣਾ, ਤੇ ਜੇ ਅੱਲਾ ਦੇ ਨਾਂ ਤੇ ਮਰ ਜਾਓਗੇ ਤੇ ਬਸ ਫਿਰ ਤੇ ਮਤਲਬ ਕਮਾਲ ਹੀ ਕਮਾਲ ਹੈ, ਜੰਨਤ ਜਾਓਗੇ। ਬੜਾ ਕੁਝ ਅੱਲਾਹ ਤਾਲਾ ਨੇ ਤੁਹਾਡੇ ਲਈ ਉੱਥੇ ਬਣਾ ਕੇ ਰੱਖਿਆ ਹੋਇਆ ਹੈ। ਇਹਨੂੰ ਕਹਿੰਦੇ ਨੇ ਚੜ੍ਹ ਜਾ ਬੇਟਾ ਸੂਲੀ, ਆਰਾਮ ਭਲੀ ਕਰੇਗਾ। ਦੁਨੀਆ ਨੂੰ ਧਰਮ ਦੇ ਨਾਂ ਤੇ ਮਰਵਾਇਆ ਜਾ ਰਿਹਾ ਹੈ, ਕਿਉਂਕਿ ਅਗਲਾ ਲਾਲਚ ਦਿੱਤਾ ਜਾ ਰਿਹਾ। ਮਰਨ ਤੋਂ ਬਾਅਦ ਇਹ ਹੋਏਗਾ, ਮਰਨ ਤੋਂ ਬਾਅਦ ਉਹ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਵੇਖ ਬੰਦਿਆ, ਜੇ ਤਾਂ ਹੋ ਗਈ ਤੇਰੀ ਮੁਕਤੀ ਤਾਂ ਫਿਰ ਤਾਂ ਠੀਕ ਹੈ, ਨਹੀਂ ਤਾਂ ਕੁੱਤੇ ਬਿੱਲੇ ਦੀ ਜੂਨੀ ਹੈ। ਤੇ ਜੇ ਬਹੁਤਾ ਹੀ ਮਾੜਾ ਬਦਕਿਸਮਤ ਹੋਇਆ ਤੇ ਫਿਰ ਤੈਨੂੰ ਕੁੱਤੇ ਬਿੱਲੇ ਦੀ ਜੂਨ ਵੀ ਨਹੀਂ ਮਿਲਣੀ, ਤੂੰ ਪ੍ਰੇਤ ਬਣੇਗਾ। ਸਾਰੀ ਗੁਰਬਾਣੀ ਪੜ੍ਹ ਲਓ। ਅੱਜ ਤੋਂ ਬਾਅਦ ਜਦੋਂ ਵੀ ਕੋਈ ਤੁਹਾਨੂੰ ਕੋਈ ਧਰਮੀ ਪੁਰਖ ਮਿਲੇ, ਤੁਹਾਨੂੰ ਪੁੱਛਣਾ ਵੀ ਕੀ ਇਹੀ ਸੱਚ ਹੈ? ਬੰਦੇ ਦੇ ਮਰਨ ਤੋਂ ਬਾਅਦ ਬੰਦੇ ਦੀਆਂ 3 ਥਾਵਾਂ ਨੇ, ਨਾ ਕੋਈ ਨਰਕ ਹੈ ਨਾ ਕੋਈ ਸਵਰਗ ਹੈ। ਜਾਂ ਤੇ ਬੰਦਾ ਰੱਬ ਨੂੰ ਮਿਲਦਾ ਹੈ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਤੇ ਜਾਂ ਫਿਰ 84 ਲੱਖ ਜੂਨਾਂ ਨੇ, ਕਦੇ ਘੋੜੇ ਬਣਾਂਗੇ, ਕਦੇ ਮੱਝਾਂ ਬਣਾਂਗੇ, ਕਦੇ ਬੱਕਰੀਆਂ ਬਣਾਂਗੇ, ਕਦੇ ਸੱਪ ਬਣਾਂਗੇ, ਕਦੇ ਕੀੜੇ ਬਣਾਂਗੇ, ਕਿਉਂਕਿ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਹੁਣ ਪੰਖੀ ਸਰਪ ਦਾ ਅਰਥ ਕੀ ਹੈ? ਪੰਖੀ ਪੰਛੀਆਂ ਨੂੰ ਕਹਿੰਦੇ ਨੇ ਤੇ ਸਰਪ ਸੱਪਾਂ ਨੂੰ ਕਹਿੰਦੇ ਨੇ। ਕਈ ਜਨਮ ਹੈਵਰ ਬ੍ਰਿਖ ਜੋਇਓ। ਆ ਜਿਹੜੇ ਪੇੜ ਨੇ, ਪੌਦੇ ਨੇ, ਇਹ ਵੀ ਜੂਨੀਆਂ ਨੇ। ਜਾਂ ਫਿਰ ਇਹ ਜੂਨੀਆਂ ਭੋਗਾਂਗੇ। ਤੇ ਜੇ ਜੂਨੀਆਂ ਵੀ ਨਾ ਮਿਲੀਆਂ, ਇਦੋਂ ਵੀ ਮਾੜੀ ਕਿਸਮਤ ਹੈ, ਤੇ ਫਿਰ ਪ੍ਰੇਤ ਹੋਵਾਂਗੇ। ਫਿਰ ਕਦੇ ਇਹਦੇ 'ਚ ਵੜ ਗਏ, ਕਦੇ ਉਹਦੇ 'ਚ ਵੜ ਗਏ। ਫਿਰ ਜਦੋਂ ਮੁਸਲਮਾਨ ਚਿਮਟੇ ਮਾਰਦੇ ਨੇ ਫਿਰ ਰੋਂਦੇ ਨੇ, ਆ ਨਾ 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 ਮੈਨੂੰ ਨਾ ਮਾਰੀ, ਮੈਂ ਚਲਾ ਜਾਣਾ, ਮੈਂ ਚਲਾ ਜਾਣਾ। ਉਹ ਕੀ ਹੈ? ਉਹ ਭੂਤ ਪ੍ਰੇਤ ਨੇ। ਹੁਣ ਸਾਡੇ 'ਚ ਇੱਦਾਂ ਦੇ ਲੋਕ ਕਹਿੰਦੇ ਜੀ ਹੁੰਦੇ ਹੀ ਨਹੀਂ। ਹਾਂ ਭਾਈ, ਨਹੀਂ ਹੁੰਦੇ ਹੋਣੇ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਹੁੰਦੇ ਨੇ। ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਜ। ਤੂੰ ਨਾ ਕਹਿ। ਹੁਣ ਤੇਰੇ ਕਹਿਣ ਨਾਲ ਭੂਤ ਪ੍ਰੇਤ ਮੁੱਕਣ ਤਾਂ ਲੱਗੇ ਨਹੀਂ। ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਕਹਿੰਦੇ ਨੇ ਸੁਖਮਨੀ ਸਾਹਿਬ ਦੇ ਵਿੱਚ, ਇੱਕ ਨਹੀਂ ਕਰੋੜਾਂ ਭੂਤ ਹੁੰਦੇ ਨੇ, ਕਰੋੜਾਂ ਹੀ ਪ੍ਰੇਤ ਹੁੰਦੇ ਨੇ, ਸ਼ੁਕਰ ਹੁੰਦੇ ਨੇ, ਮਿਰਗਾਚ ਹੁੰਦੇ ਨੇ। ਹੁਣ ਕਿਹਦੀ ਮੰਨੀਏ? ਤੁਹਾਡੀ ਮੰਨੀਏ ਕਿ ਗੁਰੂ ਅਰਜਨ ਸਾਹਿਬ ਦੀ ਮੰਨੀਏ? ਹੁਣ ਘੁੱਟ ਪੀ ਕੇ ਪਊਆ, ਉਹ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਵੀ ਤੂੰ ਤੇ ਆਪ ਹੀ ਭੂਤ ਹੈ। ਹੈਂ, ਤੂੰ ਕਿਹਨੂੰ ਕਹਿੰਦਾ ਵੀ ਨਹੀਂ ਹੁੰਦਾ ਭੂਤ? ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ ਭੂਤ ਵੀ ਹੁੰਦੇ ਜੇ। ਇਸ ਕਰਕੇ ਸਵਰਗਾਂ ਦੇ ਲਾਲਚ ਛੱਡ ਕੇ, ਨਰਕਾਂ ਦੇ ਡਰ ਛੱਡ ਕੇ, ਤੁਹਾਨੂੰ ਡਰਾ ਕੇ ਦਾਨ ਪੁੰਨ ਕਰਾਇਆ ਜਾਂਦਾ ਹੈ। ਬੰਦੇ ਨੂੰ ਇੰਨਾ ਡਰਾ ਦਿੱਤਾ ਜਾਂਦਾ ਹੈ, ਇੰਨਾ ਡਰਾ ਦਿੱਤਾ ਜਾਂਦਾ ਹੈ ਕਿ ਕਥਾ ਸੁਣਦਾ ਸੁਣਦਾ ਨਾ ਮੁੜ ਕੇ ਉੱਠਣ ਲੱਗਾ, ਦੂਜੇ ਨੂੰ ਕਹਿੰਦਾ ਮੇਰੀ ਬਾਂਹ ਫੜੀ 28,000। ਇਹ ਹੋਇਆ ਕੀ? ਕਹਿੰਦਾ ਬਾਬੇ ਦੀ ਕਥਾ ਸੁਣੀ ਹੈ, ਗੋਡੇ ਸਾਥ ਛੱਡ ਗਏ।
ਇੰਨਾ ਵੀ ਨਾ ਡਰਾਓ ਕਿਸੇ ਨੂੰ ਕਿ ਬੰਦਾ ਕਥਾ ਸੁਣ ਕੇ ਉੱਠਣ ਜੋਗਾ ਹੀ ਨਾ ਰਵੇ। ਨਹੀਂ, ਡਰ ਦੀ ਲੋੜ ਨਹੀਂ ਹੈ, ਇਨਫੋਰਮੇਸ਼ਨ ਦੀ ਲੋੜ ਹੈ, ਗਿਆਨ ਦੀ ਲੋੜ ਹੈ, ਐਜੂਕੇਟ ਹੋਣ ਦੀ ਲੋੜ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਹੈ, ਤੁਸੀਂ ਆਜ਼ਾਦ ਹੋ। ਉਹ ਕਹਿੰਦੇ ਜੀ ਅਮਰੀਕਾ 'ਚ ਬੜੀ ਆਜ਼ਾਦੀ ਹੈ। ਮੈਂ ਕਹਿੰਦਾ ਜਿੰਨੀ ਗੁਰੂ ਘਰ ਵਿੱਚ ਆਜ਼ਾਦੀ ਕਿਤੇ ਵੀ ਨਹੀਂ ਹੈਗੀ। ਤੂੰ ਰੋਜ਼ ਪੀ ਮਰ, ਕਦੇ ਗੁਰੂ ਨੇ ਤੁਹਾਡੀ ਬੋਤਲ ਤੋੜੀ ਆ ਕੇ? ਉਹ ਕਹਿੰਦਾ ਮਰ ਮੇਰੇ ਵੱਲੋਂ, ਮੈਨੂੰ ਕੀ ਹੈ। ਪਰ ਸੱਚੇ ਪਾਤਸ਼ਾਹ ਸਮਝਾਉਂਦੇ ਰੋਜ਼ ਨੇ ਕਿ ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਭੁੱਲ ਕੇ ਵੀ ਨਾ ਪੀਓ, ਪਰ ਤੁਸੀਂ ਤਾਂ ਮੁੱਲ ਖਰੀਦ ਕੇ ਪੀਨੇ ਹੋ। ਪੀਓ, ਮਰੋ, ਗੁਰੂ ਨੂੰ ਕੀ ਹੈ। ਗੁਰੂ ਤੁਹਾਡੀਆਂ ਬੋਤਲਾਂ ਨਹੀਂ ਤੋੜਦਾ। ਚਾਹਵੇ ਜੇ ਕਿ ਆਪਾਂ ਕਹਿੰਦੇ ਵੀ ਰੱਬ ਦੀ ਮਰਜ਼ੀ ਬਿਨਾਂ ਪੱਤਾ ਨਹੀਂ ਹਿੱਲਦਾ, ਤੇ ਬੰਦਾ ਠੇਕੇ ਤੋਂ ਬੋਤਲ ਲੈ ਸਕਦਾ ਹੈ? ਨਹੀਂ ਲੈ ਸਕਦਾ। ਕਿਉਂ ਲੈ ਲੈਂਦਾ ਹੈ? ਕਿਉਂਕਿ ਇਹ ਆਜ਼ਾਦੀ ਹੈ। ਹਰ ਬੰਦੇ ਨੂੰ ਗੁਰੂ ਵੀ ਆਜ਼ਾਦੀ ਦਿੰਦਾ ਹੈ। ਤੂੰ ਕੀ ਕਰਨਾ ਹੈ? ਸੱਚੇ ਪਾਤਸ਼ਾਹ ਕਹਿੰਦੇ ਤੇਰੀ ਮਰਜ਼ੀ ਹੈ। ਮੇਰਾ ਫਰਜ਼ ਹੈ ਤੈਨੂੰ ਸਮਝਾਉਣਾ ਕਿ ਸ਼ਰਾਬ ਤੇਰੇ ਲਈ ਚੰਗੀ ਨਹੀਂ, ਝੂਠ ਤੇਰੇ ਲਈ ਚੰਗਾ ਨਹੀਂ, ਹੇਰਾ ਫੇਰੀ, ਚੋਰੀ, ਬੇਈਮਾਨੀ ਤੇਰੇ ਲਈ ਚੰਗੀ ਨਹੀਂ। ਇਸ਼ਨਾਨ ਕਰ, ਪਾਠ ਕਰ, ਦਾਨ ਕਰ, ਇਹ ਤੇਰੇ ਲਈ ਬਹੁਤ ਚੰਗਾ ਹੈ। ਹਾਂਜੀ। ਇਮ ਪ੍ਰਸੰਗ ਤਿਸ ਮਾਈ ਕੇਰਾ, ਕਰਿਓ ਉਦਾਰ ਪਰਮ ਸੁਖ ਹੇਰਾ। ਇਹ ਕਥਾ ਸੀ ਉਸ ਕਾਬਲ ਵਾਲੀ ਬੀਬੀ ਦੀ। ਬਹੁਤ ਪਵਿੱਤਰ ਕਥਾ ਹੈ, ਬਹੁਤ ਕੁਝ ਸਿਖਾਉਂਦੀ ਹੈ, ਬਹੁਤ ਕੁਝ ਸਮਝਾਉਂਦੀ ਹੈ। ਇਹ ਦੱਸਦੀ ਹੈ ਗ੍ਰਸਤੀ ਹੁੰਦਿਆਂ, ਪਤੀ ਪਤਨੀ ਹੁੰਦਿਆਂ, ਬੱਚੇ ਹੁੰਦਿਆਂ, ਸਿੱਖ ਬਣਿਆ, ਕਿਹੜੀ ਦੁਨੀਆ ਦੀ ਤਾਕਤ ਹੈ ਜਿਹੜੀ ਤੁਹਾਨੂੰ ਪ੍ਰਾਪਤ ਨਹੀਂ ਹੁੰਦੀ ਭਾਈ। ਨਹੀਂ, ਵਾਹਿਗੁਰੂ ਸਭ ਸ਼ਕਤੀਆਂ, ਸਭ ਬਰਕਤਾਂ ਤੁਹਾਡੀ ਝੋਲੀ ਵਿੱਚ ਪਾਉਂਦਾ ਹੈ। ਸਤਿਗੁਰ ਸਕਲ ਸ਼ਕਤ ਕੋ ਦਾਤਾ, ਸਿੱਖ ਸੰਗਤ ਸਭ ਹਿਨ ਮਨ ਜਾਤਾ। ਹੁਣ ਲੋਕਾਂ ਨੂੰ ਸਮਝ ਆਈ ਵੀ ਗੁਰੂ ਏਡੀ ਵੱਡੀ ਸ਼ਕਤੀ ਦਾ ਮਾਲਕ ਹੈ। ਇਹ ਤਾਂ ਇੱਕ ਬੀਬੀ ਦਾ ਪਤਾ ਲੱਗਾ ਵੀ ਗੁਰੂ ਕੀ ਸੰਗਤ ਵਿੱਚ ਇਹ ਬੀਬੀ ਹੈ, ਪਤਾ ਨਹੀਂ ਇਹੋ ਜਿਹੀਆਂ ਹੋਰ ਕਿੰਨੀਆਂ ਹੋਣਗੀਆਂ ਜਿਨ੍ਹਾਂ ਨੂੰ ਆਪਾਂ ਨਹੀਂ ਜਾਣਦੇ। ਅੱਜ ਜਦੋਂ ਤੁਸੀਂ ਸੰਗਤ ਵਿੱਚ ਆਉਂਦੇ ਹੋ ਨਾ, ਸੰਗਤ ਵਿੱਚ ਆਉਣ ਦਾ ਪੁੰਨ ਫਲ ਮਹਾਤਮ ਇਹ ਹੈ, ਘਰ ਬਹਿ ਕੇ ਪਾਠ ਕਰੋਗੇ ਨਾ, ਮੇਰਾ ਖਿਆਲ 1 ਮਹੀਨਾ ਨਹੀਂ ਕੱਟੋਗੇ ਤੁਸੀਂ। ਤੁਹਾਨੂੰ ਲੱਗੇਗਾ ਵੀ ਮੈਂ ਤੇ ਬੜਾ ਪਾਠ ਕਰਦਾ, ਮੈਂ ਤੇ ਬਹੁਤ ਗੁਰੂ ਨਾਲ ਪਿਆਰ ਕਰਦਾ। ਪਰ ਜਦੋਂ ਸੰਗਤ ਵਿੱਚ ਆਓਗੇ ਫਿਰ ਸਮਝ ਆਓਗੇ ਕਿ ਨਹੀਂ, ਇੱਕ ਦੂ ਇੱਕ ਚੜ੍ਹਾਉਂਦੀਆਂ। ਇੱਥੇ ਤੇ ਭਾਈ ਬੜੀ ਕਿਰਪਾ ਹੈ, ਬੜੇ ਗੁਰੂ ਨੂੰ ਲਾਡ ਲਡਾਉਣ ਵਾਲੇ, ਪਿਆਰ ਕਰਨ ਵਾਲੇ ਬੈਠੇ ਨੇ। ਇਹਦੇ ਨਾਲ ਜਿਹੜਾ ਸੂਖਸ਼ਮ ਹੰਕਾਰ ਹੈ, ਅਸੀਂ ਉਹਦੇ ਤੋਂ ਵੀ ਬਚਦੇ ਹਾਂ। ਸੱਚੇ ਪਾਤਸ਼ਾਹ ਦੇ ਘਰ ਬਹੁਤ ਬਰਕਤਾਂ ਨੇ। ਇੱਥੇ ਪਤਾ ਨਹੀਂ ਕਿੰਨੀਆਂ ਕਾਬਲ ਵਾਲੀਆਂ ਮਾਈਆਂ ਰੋਜ਼ ਆਉਂਦੀਆਂ ਹੋਣਗੀਆਂ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਇਤਨੀ ਤਾਕਤ ਬਖਸ਼ੀ ਹੋਈ ਹੈ। ਹਾਂਜੀ। ਸ੍ਰੀ ਸਤਿਗੁਰ ਉਪਕਾਰ ਹਿਤ, ਤੀਰਥ ਰਚਿਓ ਵਿਸਾਲ। ਸ਼੍ਰੀ ਸਤਿਗੁਰੂ ਜੀ ਨੇ ਪਰ ਉਪਕਾਰ ਕਰਦਿਆਂ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਬੌਲੀ ਸਾਹਿਬ ਦੇ ਤੀਰਥ ਦੀ ਰਚਨਾ ਕੀਤੀ ਹੈ। ਕਰੀ ਟਹਿਲ ਜਿਨ ਪ੍ਰੇਮ ਧਰ, ਸੇ ਸਭ ਕਰੇ ਨਿਹਾਲ। ਜਿਨ੍ਹਾਂ ਨੇ ਉੱਥੇ ਸੇਵਾ ਕੀਤੀ, ਪ੍ਰੇਮ ਨਾਲ ਕੀਤੀ, ਉਹ ਨਿਹਾਲ ਹੋ ਗਏ, ਉਹ ਤ੍ਰਿਪਤ ਹੋ ਗਏ, ਉਹਨਾਂ ਨੂੰ ਕੋਈ ਘਾਟਾ ਹੀ ਨਹੀਂ ਰਿਹਾ। ਹਾਂਜੀ। ਸਤਿਗੁਰ ਪੌਰ ਮੁਕਤ ਕੋ ਦਵਾਰਾ, ਧਰ ਪ੍ਰਤੀਤ ਇਮ ਠਾਨਤ ਕਾਰਾ। ਉਹਨਾਂ ਦੇ ਅੰਦਰ ਭਰੋਸਾ ਆ ਗਿਆ ਵੀ ਜਿਹੜਾ ਸਤਿਗੁਰੂ ਦਾ ਪੌਰ ਹੈ, ਦਰਵਾਜ਼ਾ ਹੈ, ਇਹ ਮੁਕਤੀ ਦਾ ਦਰਵਾਜ਼ਾ ਹੈ। ਆ ਬੰਗਲਾ ਸਾਹਿਬ ਦਾ ਦਰਵਾਜ਼ਾ ਹੈ। ਹੁਣ ਇਹਨੂੰ ਇੱਦਾਂ ਵੀ ਕਿਹਾ ਜਾ ਸਕਦਾ ਵੀ ਇੱਥੇ ਸੋਨੇ ਦਾ ਦਰਵਾਜ਼ਾ ਹੈ, ਤੇ ਇੱਦਾਂ ਵੀ ਕਿਹਾ ਜਾ ਸਕਦਾ ਵੀ ਇੱਥੇ ਮੁਕਤੀ ਦਾ ਦਰਵਾਜ਼ਾ ਹੈ।
ਜਿਹੜਾ ਗੁਰੂ ਦੇ ਦਰਵਾਜ਼ੇ ਤੋਂ ਲੰਘ ਗਿਆ ਉਹ ਸਮਝ ਲਓ ਕਿ ਦੁਨੀਆ ਦੇ ਬੰਧਨ ਤੋੜ ਕੇ ਪਰਮਾਤਮਾ ਨੂੰ ਮਿਲ ਗਿਆ। ਇਹ ਆਸਥਾ ਹੈ। ਸਿੱਖਾਂ ਦੇ ਮਨ ਵਿੱਚ ਭਰੋਸਾ ਆਇਆ ਕਿ ਗੁਰੂ ਦੇ ਦਰਵਾਜ਼ੇ ਤੋਂ ਮੁਕਤੀ ਦਾ ਦਰਵਾਜ਼ਾ ਖੁੱਲ੍ਹਦਾ ਹੈ। ਧਰ ਪ੍ਰਤੀਤ ਇਹ ਮਠਾਨਤ ਕਰ, ਇਹ ਪ੍ਰਤੀਤ ਮਨ ਵਿੱਚ ਲੈ ਕੇ ਰੋਜ਼ ਸਿੱਖ ਗੋਇੰਦਵਾਲ ਸਾਹਿਬ ਆਉਂਦੇ ਨੇ, ਸੇਵਾ ਕਰਦੇ ਨੇ। ਰਾਖਿਓ ਖੋਲਾ ਮੁਕਤ ਭੰਡਾਰੂ, ਜਿਉਂ ਜਿਉਂ ਬਖਸ਼ਤ ਹੋਤ ਉਦਾਰੂ। ਗੁਰੂ ਨੇ ਤਾਂ ਭੰਡਾਰੇ ਖੋਲੇ ਹੋਏ ਨੇ ਬਖਸ਼ਿਸ਼ਾਂ ਦੇ, ਜਿਹੜਾ ਸੇਵਾ ਕਰੇ ਉਹ ਆ ਕੇ ਲੈ ਜਾਏ। ਅੱਜ ਕੱਲ੍ਹ ਨਾ ATM ਦੇ ਵਿੱਚ ਪੈਸੇ ਹੁੰਦੇ ਨੇ, ਤੁਸੀਂ ਆਪਣਾ ATM ਕਾਰਡ ਲਿਆਓ, ਉਹਦੇ 'ਚ ਆਪਣਾ ਪਿੰਨ ਪਾਓ ਤੇ ਪੈਸੇ ਕੱਢ ਲਓ। ਮਦਰ ਡੇਅਰੀ ਤੇ ਜਾਓ, ਮਸ਼ੀਨਾਂ 'ਚ ਦੁੱਧ ਪਿਆ ਹੋਇਆ, ਤੁਸੀਂ ਆਪਣਾ ਟੋਕਨ ਪਾਓ ਤੇ ਥੱਲੇ ਡੱਬਾ ਰੱਖੋ ਤੇ ਦੁੱਧ ਭਰ ਜਾਂਦਾ। ਇੱਥੇ ਬਖਸ਼ਿਸ਼ਾਂ ਹੈਗੀਆਂ ਨੇ ਪਰ ਮਿਲਦੀਆਂ ਸੇਵਾ ਨਾਲ। ਅਸੀਂ ਆਕੜ ਨਾਲ ਆ ਕੇ ਲੈਣਾ ਚਾਹੁੰਦੇ ਹਾਂ, ਨਹੀਂ। ਇੱਥੇ ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇੱਥੇ ਜਿਹੜਾ ਇਤਿਹਾਸ ਦਾ ਸਲੋਗਨ ਹੈ, ਗੁਰਬਾਣੀ ਤਾਂ ਨਹੀਂ ਹੈ, ਉਹ ਇਹ ਹੈ ਕਿ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਜਿਹੜਾ ਗੁਰੂ ਘਰ ਨਾਲ ਅੜਿਆ ਉਹ ਚੜ ਗਿਆ, ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਉਹ ਤਰ ਗਿਆ। ਸ਼੍ਰੀ ਗੁਰ ਅਮਰ ਕੇ ਦੇਵ ਤਰੋਵਰ, ਵੱਡ ਪ੍ਰਤਾਪ ਵਿਸਤਾਰ ਬਰੋਵਰ। ਹੁਣ ਕਵੀ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ। ਉਹ ਕਹਿੰਦੇ ਭਾਈ ਤੁਹਾਨੂੰ ਪਤਾ ਹੈ ਮੇਰਾ ਗੁਰੂ ਗੁਰੂ ਅਮਰਦਾਸ ਕਿਹੋ ਜਿਹਾ ਹੈ? ਕਹਿੰਦੇ ਮੇਰਾ ਗੁਰੂ ਗੁਰੂ ਅਮਰਦਾਸ ਇੱਕ ਬ੍ਰਿਕਸ਼ ਵਰਗਾ ਹੈ। ਸ਼੍ਰੀ ਗੁਰ ਅਮਰ ਦੇਵ ਤਰੋਵਰ, ਦੇਵ ਕਹਿੰਦੇ ਨੇ ਪ੍ਰਕਾਸ਼ ਰੂਪ। ਵੱਡ ਪ੍ਰਤਾਪ ਵਿਸਤਾਰ ਬਰੋਵਰ, ਤੇ ਜਿਵੇਂ ਇੱਕ ਦਰਖਤ ਦੇ ਲੰਬੇ ਲੰਬੇ ਟਾਹਣੇ ਹੁੰਦੇ ਨੇ, ਵੱਡੇ ਵੱਡੇ, ਅੱਗੇ ਵੱਡੀਆਂ ਵੱਡੀਆਂ ਟਾਹਣੀਆਂ ਹੁੰਦੀਆਂ ਨੇ, ਅੱਗੇ ਉਹਨਾਂ ਦੇ ਉੱਤੇ ਪੱਤੇ ਹੁੰਦੇ ਨੇ, ਇਸੇ ਤਰ੍ਹਾਂ ਜਿਹੜਾ ਗੁਰੂ ਰੂਪੀ ਦਰਖਤ ਹੈ ਉਹਦਾ ਬਹੁਤ ਵੱਡਾ ਪਰਿਵਾਰ ਹੈ। ਉਹ ਬੜਾ ਵਧਿਆ ਫੁੱਲਿਆ ਇੱਕ ਰੁੱਖ ਹੈ, ਇੱਕ ਬ੍ਰਿਕਸ਼ ਹੈ। ਹਾਂਜੀ। ਆਲ ਬਾਲ ਸਤ ਸੰਗਤ ਸੋ ਹੈ, ਸ਼ੁਭ ਗੁਣ ਗਨ ਦਲ ਸੰਕਲ ਸੋ ਹੈ। ਇਹਦੀ ਜਿਹੜੀ ਆਲ ਬਾਲ ਹੈ ਉਹ ਸੰਗਤ ਹੈ। ਆਲਾ ਦੁਆਲਾ ਕੀ ਹੈ? ਗੁਰੂ ਦਾ ਆਲਾ ਦੁਆਲਾ ਜਿਹੜਾ ਹੈ ਨਾ, ਉਹ ਇਦਾਂ ਨਹੀਂ ਗਿਣਿਆ ਜਾਂਦਾ। ਹੁਣ ਬੰਗਲਾ ਸਾਹਿਬ ਦੇ ਆਲੇ ਦੁਆਲੇ ਤੁਸੀਂ ਕਹੋਗੇ ਜੀ ਇੱਕ ਪਾਸੇ ਪਾਰਲੀਮੈਂਟ, ਇੱਕ ਪਾਸੇ ਕਨਾਟ ਪਲੇਸ ਹੈ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਆਲੇ ਦੁਆਲੇ ਕੌਣ ਹੈ? ਸੰਗਤ। ਗੁਰੂ ਦਾ ਚੁਗਿਰਦਾ ਜਿਹੜਾ ਹੈ, ਗੁਰੂ ਦਾ ਘੇਰਾ ਜਿਹੜਾ ਹੈ, ਗੁਰੂ ਦਾ ਆਲਾ ਦੁਆਲਾ ਜਿਹੜਾ ਹੈ, ਉਹ ਗੁਰੂ ਦੇ ਪਿਆਰੇ ਨੇ, ਉਹ ਗੁਰੂ ਕੀ ਸੰਗਤ ਹੈ ਭਾਈ। ਬਿਸਿਆਣ ਤੇ ਬੈਰਾਗ ਜਿਸ ਛਾਇਆ, ਬ੍ਰਹਮ ਗਿਆਨੀ ਦੇਵਨ ਕੋ ਪਾਇਆ। ਜਿਹੜੇ ਸ਼ੁਭ ਗੁਣ ਨੇ ਉਹ ਕੀ ਨੇ? ਉਹ ਪੱਤੇ ਨੇ ਭਾਈ। ਜਿਹੜੇ ਸ਼ੁਭ ਗੁਣ ਨੇ ਉਹ ਇਸ ਪੇੜ ਦੇ ਪੱਤਿਆਂ ਨੂੰ ਕਹਿੰਦੇ ਨੇ। ਫਿਰ ਵਿਸ਼ਿਆਨ ਤੇ ਬੈਰਾਗ ਜਿਸ ਛਾਇਆ, ਹੁਣ ਇਹਨਾਂ ਸੰਘਣੇ ਪੱਤਿਆਂ ਦੇ ਵਿੱਚ ਕਹਿੰਦੇ ਜਿਹੜੀ ਛਾਇਆ ਹੈ ਉਹ ਕੀ ਹੈ? ਉਹ ਵੈਰਾਗ ਹੈ। ਜਿੰਨੀ ਮਰਜ਼ੀ ਧੁੱਪ ਹੋਵੇ, ਪੇੜ ਦੇ ਥੱਲੇ ਛਾਂ ਹੁੰਦੀ ਹੈ। ਇਹ ਕੀ ਹੈ? ਇਹ ਵੈਰਾਗ ਹੈ। ਹੁਣ ਬੰਦੇ ਕੋਲ ਜਿੰਨੀ ਮਰਜ਼ੀ ਮਾਇਆ ਹੋਵੇ, ਕੀ ਉਹ ਫਿਰ ਵੀ ਪਾਠ ਕਰਦਾ, ਫਿਰ ਵੀ ਗੁਰਦੁਆਰੇ ਜਾਂਦਾ,
ਫਿਰ ਵੀ ਸੇਵਾ ਕਰਦਾ ਹੈ, ਇਹਨੂੰ ਹੀ ਵਿਰਾਗ ਕਹਿੰਦੇ। ਹੋਰ ਵਿਰਾਗ ਕਿਹਨੂੰ ਕਹਿੰਦੇ ਨੇ? ਤੇ ਕਈਆਂ ਨੇ ਗੁਰਦੁਆਰੇ ਵਾਸਤੇ ਵੀ ਨੌਕਰ ਰੱਖੇ ਹੋਏ ਨੇ, ਆਪ ਨਹੀਂ ਜਾਂਦੇ। ਨੌਕਰ ਨੂੰ ਘੱਲ ਦੇਣਗੇ, ਜਾਂ ਆਟਾ ਦੇ ਆ, ਦਾਲ ਦੇ ਆ, ਦੁੱਧ ਦੇ ਆ। ਅੱਛੀ ਗੱਲ ਹੈ, ਮਾੜੀ ਨਹੀਂ ਹੈ। ਪੁੰਨ ਜਿੰਨਾ ਵੀ ਥੋੜੇ ਤੋਂ ਥੋੜਾ ਵੀ ਕਰੋਗੇ ਉਹਦਾ ਵੀ ਫਲ ਮਿਲੇਗਾ, ਪਰ ਯਤਨ ਕਰੋ ਆਪ ਆਓ। ਇਹ ਵਿਰਾਗ ਹੈ। ਭਰੇ ਘਰ ਚੋਂ ਉੱਠ ਕੇ, ਸਮਾਂ ਕੱਢ ਕੇ, ਦੁਕਾਨ ਤੋਂ, ਘਰ ਤੋਂ ਆ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ। ਵਿਸ਼ਯਨ ਤੇ ਬਰਾਗ ਜਿਸ ਛਾਇਆ, ਬ੍ਰਹਮ ਗਿਆਨੀ ਦੇਵਨ ਕੋ ਪਾਇਆ। ਤੇ ਇਹਦਾ ਫਲ ਕੀ ਹੈ? ਫਲ ਇਹਦਾ ਬ੍ਰਹਮ ਗਿਆਨ ਹੈ। ਜਦੋਂ ਗੁਰੂ ਦੇ ਘਰੋਂ ਤੁਹਾਨੂੰ ਬਖਸ਼ਿਸ਼ ਮਿਲੇਗੀ, ਉਹ ਬ੍ਰਹਮ ਗਿਆਨ ਦੇ ਰੂਪ ਵਿੱਚ ਮਿਲੇਗੀ। ਸੋਝੀ, ਅਕਲ, ਵਿਵੇਕ, ਬੁੱਧ, ਤੁਹਾਨੂੰ ਚਾਨਣ ਪ੍ਰਾਪਤ ਹੋਏਗਾ। ਜਦੋਂ ਬਾਬਾ ਨਾਨਕ ਆਇਆ ਸੀ ਨਾ, ਮਿੱਟੀ ਧੁੰਦ ਜਗ ਚਾਨਣ ਹੋਆ। ਹਾਂਜੀ। ਸ਼੍ਰੀ ਸਤਿਗੁਰ ਪਗ ਪੰਕਜ ਸੇਵਾ, ਇਹੀ ਬੀਜ ਉਪਜਨ ਸ਼ੁਭ ਦੇਵਾ। ਸ਼੍ਰੀ ਸਤਿਗੁਰ ਪਗ ਪੰਕਜ ਸੇਵਾ, ਇਹੀ ਬੀਜ ਉਪਜਨ ਸ਼ੁਭ ਦੇਵਾ। ਸ਼੍ਰੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਨੇ, ਉਹਨਾਂ ਦੀ ਸੇਵਾ ਇਹ ਬੀਜ ਨੇ। ਤੇ ਫਿਰ ਉਪਜਣ ਸ਼ੁਭ ਮੇਵਾ। ਹੁਣ ਇਹਦੇ ਚੋਂ ਨਿਕਲਦਾ ਕੀ ਹੈ? ਇਹਦੇ ਚੋਂ ਸ਼ੁਭ ਮੇਵੇ ਨਿਕਲਦੇ ਨੇ। ਚੰਗੀਆਂ ਗੱਲਾਂ, ਚੰਗੇ ਗੁਣ, ਚੰਗੀਆਂ ਆਦਤਾਂ, ਚੰਗੇ ਸੰਸਕਾਰ, ਚੰਗੇ ਵਿਚਾਰ, ਚੰਗਾ ਵਿਹਾਰ। ਆਪੇ ਦੁਨੀਆ ਕਹਿੰਦੀ ਬਹੁਤ ਅੱਛਾ ਹੈ ਜੀ। ਹਾਂਜੀ। ਭਗਤੀ ਤੁਚਾ ਕਰਤ ਦ੍ਰਿੜ ਰਾਖਾ, ਜਹ ਕਹਿ ਸਿੱਖੀ ਦੀਰਗ ਸਾਖਾ। ਭਗਤੀ ਕੀ ਹੈ? ਇਹ ਇਸ ਦਰਖਤ ਦੀ ਛਿੱਲੜ ਹੈ। ਭਗਤੀ ਤੋਂ ਬਿਨਾਂ ਨਹੀਂ ਹੈ। ਫਿਰ ਜਦੋਂ ਭਗਤੀ ਕਰੋਗੇ, ਜੈ ਕਹਿ ਸਿੱਖੀ ਦੀਰਘ ਸ਼ਾਖਾ। ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਹੈ, ਇਹ ਕੀ ਹੈ? ਇਹ ਗੁਰੂ ਦੀਆਂ ਟਾਹਣੀਆਂ ਨੇ। ਔਰ ਇਹ ਸੱਚ ਹੈ। ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਆਉਂਦਾ ਹੈ, ਸ਼ਹਾਦਤ ਤਾਂ ਲਾਹੌਰ ਵਿੱਚ ਹੋਈ ਹੈ। ਗਏ ਸੀ ਅੰਮ੍ਰਿਤਸਰ ਤੋਂ, ਤੇ ਪਾਠ ਕੈਲੀਫੋਰਨੀਆ ਦੀ ਹਰ ਕਲੋਨੀ, ਹਰ ਗੁਰਦੁਆਰੇ ਵਿੱਚ ਹੋ ਰਿਹਾ। 40-40 ਦਿਨ ਬੀਬੀਆਂ ਸੁਖਮਣੀ ਪੜ੍ਹ ਰਹੀਆਂ ਨੇ। ਇਹ ਸ਼ਾਖਾ ਹੈ ਗੁਰੂ ਦੀ। ਸਤਾ ਸਤ ਵਿਵੇਕ ਸ਼ੁਭ ਸੁਮਨਸ, ਚਾਹਤ ਰਹਿਤ ਭਗਤ ਗਨ ਸੁਮਨਸ। ਜਦੋਂ ਤੁਸੀਂ ਸ਼ੁਭ ਅਸ਼ੁਭ ਸਮਝੋਗੇ, ਗੁਰਦੁਆਰੇ ਆ ਕੇ ਸਮਝ ਆ ਜਾਣੀ ਵੀ ਆਹ ਚੰਗਾ ਹੈ, ਇਹ ਮਾੜਾ ਹੈ, ਇਹ ਠੀਕ ਹੈ, ਗਲਤ ਹੈ। ਇਹ ਸਮਝ ਲਓ ਕਿ ਫੁੱਲ ਖਿੜ ਗਏ ਨੇ, ਤੁਹਾਡੀ ਸੇਵਾ ਨੂੰ ਫੁੱਲ ਲੱਗੇ ਨੇ। ਸਤਾ ਸਤ ਵਿਵੇਕ ਸ਼ੁਭ ਸੁਮਨਸ। ਤੇ ਇਹ ਸਮਝ ਲੈਣਾ ਸਤ ਕੀ ਹੈ, ਅਸਤ ਕੀ ਹੈ, ਬੁਰਾ ਕੀ ਹੈ, ਭਲਾ ਕੀ ਹੈ। ਚਾਹਤ ਰਹਿਤ ਭਗਤ ਗਨ ਸੁਮਨਸ। ਫਿਰ ਜਿਹੜੇ ਰੱਬ ਦੇ ਭਗਤ ਨੇ, ਉਹ ਤਾਂ ਚਾਹੁੰਦੇ ਵੀ ਇਹੋ ਹੀ ਨੇ। ਉਹ ਤਾਂ ਇੱਥੇ ਆ ਕੇ ਵੀ ਕਹਿੰਦੇ ਨੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆਂ, ਉਤਰੈ ਮਨ ਕੀ ਭੁੱਖ। ਜਾਚਕ ਸਿੱਖ ਅਨੇਕ ਜੇ ਆਵਤ, ਮਨੋ ਕਾਮਨਾ ਤਤ ਛਿਨ ਪਾਵਤ। ਜਿਹੜੇ ਜਾਚਕ ਆਉਂਦੇ ਨੇ, ਮੰਗਣ ਵਾਲੇ ਸਿੱਖ ਆਉਂਦੇ ਨੇ, ਗੁਰੂ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ। ਸੇਵਾ ਤੇ ਪਾਠ ਤੁਹਾਨੂੰ ਐਜੂਕੇਟ ਕਰਦੀ ਹੈ, ਸਮਝਾਉਂਦੀ ਹੈ ਮੰਗਣਾ ਕੀ ਹੈ, ਮੰਗਣਾ ਕਿਵੇਂ ਹੈ, ਇਹ ਤੁਹਾਨੂੰ ਸਮਝਾਇਆ ਜਾਂਦਾ ਹੈ। ਹਾਂਜੀ।
ਜਿਨ ਕੇ ਬੜੇ ਭਾਗ ਜਗ ਜਾਗੇ, ਸੋ ਗੁਰ ਸਰ ਤਰਵਰ ਅਨਰਾਗੇ। ਜਿਨ੍ਹਾਂ ਸਿੱਖਾਂ ਦੇ ਭਾਗ ਵੱਡੇ ਜਾਗਦੇ ਨੇ, ਉਹ ਫਿਰ ਗੁਰੂ ਸਰ ਦੇ ਵਿੱਚ, ਗੁਰੂ ਸਰੋਵਰ ਵਿੱਚ ਆਉਂਦੇ ਨੇ। ਉਹ ਗੁਰੂ ਬ੍ਰਿਕਸ਼ ਦੇ ਆ ਕੇ ਚਰਨਾਂ ਵਿੱਚ ਬੈਠਦੇ ਨੇ। ਗੁਰੂ ਇੱਕ ਬਹੁਤ ਵੱਡਾ ਬ੍ਰਿਕਸ਼ ਹੈ। ਇਹ ਸਾਰੀ ਸੰਗਤ ਹੀ ਗੁਰੂ ਦਾ ਪਰਿਵਾਰ ਹੈ, ਆਲਾ ਦੁਆਲਾ ਹੈ ਭਾਈ। ਉਹ ਆ ਕੇ ਗੁਰੂ ਦੀ ਸ਼ਰਨ ਵਿੱਚ ਚੌਂਕੜੀ ਮਾਰ ਕੇ ਬਹਿੰਦੇ ਨੇ। ਹਾਂਜੀ। ਕੋਸ ਅਤੋਟ ਦੇਤ ਨਿਤ ਰਹੈ, ਦੋਨੋਂ ਹਾਥਨ ਬਾਟਤ ਅਹੈ। ਗੁਰੂ ਦੇ ਕੋਸ਼ ਅਤੁੱਟ ਨੇ, ਭਰੇ ਹੋਏ ਨੇ। ਗੁਰੂ ਦੋਵਾਂ ਹੱਥਾਂ ਨਾਲ ਵੰਡੀ ਜਾ ਰਿਹਾ ਹੈ। ਕਦੇ ਗੁਰੂ ਦੇ ਘਰ ਵਿੱਚ ਤੋਟਾ ਨਹੀਂ ਆਉਂਦੀ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਕਈ ਯੁੱਗ ਬੀਤ ਗਏ, ਲੋਕਾਂ ਨੂੰ ਝੋਲੀਆਂ ਭਰ ਕੇ ਲੈ ਕੇ ਜਾਂਦੇ ਆ, ਖਾਂਦੇ ਆ। ਗੁਰੂ ਦੇ ਖਜ਼ਾਨੇ ਵਿੱਚ ਤੋਟਾ ਨਹੀਂ ਆਉਂਦੀ। ਜਗਤ ਬਿਦਤ ਅਜਮਤ ਕੇ ਦਾਤਾ, ਭੁਗਤ ਮੁਕਤ ਲੈ ਜਿਨੋ ਪਛਾਤਾ। ਜਗਤ ਵਿੱਚ ਇਹ ਗੱਲ ਬਿਦਤ ਹੈ, ਪ੍ਰਗਟ ਹੈ। ਗੁਰੂ ਅਜਮਤ ਦੇ ਦਾਤੇ ਨੇ, ਭੁਗਤੀ ਮੁਕਤੀ। ਭਾਈ ਸੰਸਾਰ ਇੱਥੋਂ ਆ ਕੇ ਲੈਂਦਾ ਹੈ। ਭੁਗਤ ਕੀ ਹੈ? ਪਦਾਰਥ। ਮੁਕਤੀ ਕੀ ਹੈ? ਮੋਕਸ਼। ਹੁਣ ਜ਼ਿੰਦਗੀ ਜਿਉਣੀ ਹੈ ਤਾਂ ਭੁਗਤ ਚਾਹੀਦੀ ਹੈ, ਤੇ ਜੇ ਮੌਤ ਆ ਜਾਏ ਤੇ ਫਿਰ ਮੁਕਤੀ ਚਾਹੀਦੀ। ਹੁਣ ਮਰਨ ਤੋਂ ਬਾਅਦ ਬੰਦਾ ਕਵੇ ਕਿ 40 ਕਿਲੋ ਖੰਡ ਭੇਜ ਦਿਓ ਜੀ, ਵੀ ਬੰਦਾ ਪੁੱਛੇ ਵੀ ਤੈਨੂੰ ਦੁੱਧ ਸੋਡਾ ਕਿੰਨੇ ਬਣਾ ਕੇ ਦੇਣਾ ਉੱਥੇ। ਮਰਨ ਤੋਂ ਬਾਅਦ ਮੁਕਤੀ ਚਾਹੀਦੀ ਹੈ। ਹਾਂ, ਮਰਨ ਤੋਂ ਪਹਿਲਾਂ ਖੰਡ ਦੇ ਨਾਲ ਪੱਤੀ ਵੀ ਚਾਹੀਦੀ, ਪੱਤੀ ਨਾਲ ਦੁੱਧ ਵੀ ਚਾਹੀਦਾ, ਤਾਂ ਚਾਹ ਬਣੇਗੀ। ਆਟਾ ਚਾਹੀਦਾ, ਆਟੇ ਦੇ ਨਾਲ ਦਾਲ ਵੀ ਚਾਹੀਦੀ, ਦਾਲ ਦੇ ਨਾਲ ਆਲੂ ਗੰਢੇ ਘਿਓ ਵੀ ਚਾਹੀਦਾ, ਤਾਂ ਹੀ ਤੜਕੇ ਵਾਲੀ ਸਬਜ਼ੀ ਬਣੂਗੀ। ਜੇ ਜਿਉਂਦੇ ਆ ਤਾਂ ਭੁਗਤੀ ਚਾਹੀਦੀ ਹੈ, ਪਰ ਜੇ ਜੀਵਨ ਪੂਰਾ ਹੋ ਜਾਏ ਤਾਂ ਫਿਰ ਭੁਗਤੀ ਨਹੀਂ ਚਾਹੀਦੀ, ਫਿਰ ਮੁਕਤੀ ਚਾਹੀਦੀ ਹੈ। ਤੇ ਸਾਡੇ ਪਹਿਲਾਂ ਜਿਉਂਦੇ ਆਪ ਬੰਦਾ ਭੁਗਤੀ ਇਕੱਠੀ ਕਰੀ ਜਾਂਦਾ ਹੈ, ਤੇ ਮਰਨ ਤੋਂ ਬਾਅਦ ਵੀ ਘਰ ਦੇ ਪੰਡਾ ਬੰਨ੍ਹ ਕੇ ਰੱਖਿਆ ਹੁੰਦਾ ਸਮਾਨ ਉਹਨਾਂ ਨੇ, ਇਹ ਜੀ ਬਾਪੂ ਦੇ ਮਗਰ ਘੱਲਣਾ ਹੈ, ਤੇ ਪੁੱਛੋ ਲੈ ਕੇ ਕੌਣ ਜਾਏਗਾ? ਕੌਣ ਲੈ ਕੇ ਜਾਏਗਾ? ਨਹੀਂ, ਮਗਰ ਕੁਝ ਨਹੀਂ ਜਾਂਦਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਸ ਕਥਾ ਨੂੰ ਆਪਾਂ ਰੋਜ਼ ਸੁਣੀਏ। ਇਹ ਜਿਵੇਂ ਗੁਰਬਾਣੀ ਹੈ, ਇਹ ਗੁਰਬਾਣੀ ਦਾ ਪ੍ਰੈਕਟੀਕਲ ਹੈ। ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਅਨੁਸਾਰ ਇਹ ਗੁਰੂਆਂ ਦਾ ਜੋ ਪਵਿੱਤਰ ਮੁਬਾਰਕ ਜੀਵਨ ਹੈ, ਇਹ ਉਸ ਜੀਵਨ ਵਰਤਾਂਤ ਦੀ ਕਥਾ ਹੈ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।